सतनाम श्री वाहिगुरु जी। दोए कर जोड़ मांगो एक दाना, साहिब तुठै पावा। सास सास नानक आराधे, आठ पहर गुण गावा। तेरे गुण बहुते मैं एक न जानिया, मैं मूर्ख किश दीजै। प्रणवत नानक सुन मेरे साहिबा, डुबदा पत्थर लीजै। सतनाम श्री वाहिगुरु जी। गौड़ी महला पहला दखणी। सुन सुन बूझै मानै नाओ, ताकै सद बलिहारै जाओ। सुन सुन बूझै मानै नाओ। वाहिगुरु जी का खालसा, वाहिगुरु जी की फतेह। गरीब नवाज पतित पावन भगत वशल कृपा दे खजाने, सर्व कला समरथ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ। ਸਾਰੀ ਕਾਇਨਾਤ ਦੇ ਮਾਲਕ, ਸਿਰਜਣਹਾਰ, ਪਾਲਣਹਾਰ, ਸੰਘਾਰਨਹਾਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਜ਼ੂਰ ਦੇ 10 ਸਰੂਪਾਂ ਦੇ ਆਤਮਿਕ ਗਿਆਨ ਸਰੂਪ, ਆਤਮਿਕ ਜੋਤ ਸਰੂਪ, ਚਬਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਜੋ ਸਤਿਗੁਰਾਂ ਦੀ ਕਿਰਪਾਲਤਾ ਦੁਆਰਾ ਹਜ਼ੂਰ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਤੁਰਕੀ ਬਾਣੀ ਦੀ ਲੜੀਵਾਰ ਵਿਚਾਰ ਕਥਾ ਆਰੰਭ ਹੈ। ਗੁਰੂ ਕਿਰਪਾ ਸਦਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 152 ਅੰਗ ਤੱਕ ਇਹ ਵਿਚਾਰ ਪਹੁੰਚੀ ਹੋਈ ਹੈ। ਗੌੜੀ ਰਾਗ ਦੇ ਮੁੱਢਲੇ 4 ਸ਼ਬਦਾਂ ਦੀ ਵਿਚਾਰ ਪਹਿਲਾਂ ਹੋ ਚੁੱਕੀ ਹੈ। ਉਸ ਤੋਂ ਅੱਗੇ ਜੋ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਗੁਰੂ ਕਿਰਪਾ ਸਦਕਾ ਅਤੇ ਸੰਗਤ ਦੀ ਅਸੀਸ ਦੁਆਰਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰੀਏ ਅਤੇ ਸੁਣੀਏ। ਗੌੜੀ ਮਹੱਲਾ ਪਹਿਲਾ ਦੱਖਣੀ। ਗੌੜੀ ਰਾਗ ਦੀ ਇੱਕ ਵੰਨਗੀ ਹੈ ਦੱਖਣੀ। ਇਸ ਰਾਗ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੇ ਪਾਤਸ਼ਾਹ ਜੀ ਸ਼ਬਦ ਉਚਾਰਨ ਕਰ ਰਹੇ ਨੇ। ਇਸ ਸ਼ਬਦ ਦੇ ਅੰਦਰ ਇੱਕ ਪੰਕਤੀ ਆਈ ਹੈ, ਸਾਚੇ ਗੁਰ ਕੀ ਸਾਚੀ ਸੀਖ। ਸੱਚਿਆਂ ਸਤਿਗੁਰਾਂ ਦੀ ਸਿੱਖਿਆ ਜੋ ਸੱਚੀ ਹੈ, ਕਿਉਂਕਿ ਜੋ ਆਪ ਸੱਚਾ ਹੈ ਉਸ ਦੀ ਸਿੱਖਿਆ ਵੀ ਸੱਚੀ ਹੋਵੇਗੀ। ਹਜ਼ੂਰ ਕਹਿੰਦੇ ਨੇ ਸੁਣ ਸੁਣ ਬੂਝੈ ਮਾਨੈ ਨਾਉ। ਇਸ ਗੁਰਾਂ ਦੀ ਸੱਚੀ ਸਿੱਖਿਆ ਨੂੰ ਜਿਹੜਾ ਸਰਦਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਭਾਵਨਾ ਸਹਿਤ ਸੁਣਦਾ ਹੈ, ਸੁਣ ਸੁਣ ਕੇ ਤੇ ਬੁੱਝਦਾ ਸਮਝਦਾ ਹੈ। ਸਰੋਤਾ ਅਸਲ ਵਿੱਚ ਕਿਹਾ ਉਸ ਨੂੰ ਜਾਂਦਾ ਹੈ ਜੋ ਧਿਆਨ ਦੇ ਕੇ ਸੁਣੇ, ਤੇ ਧਿਆਨ ਦੇ ਕੇ ਸੁਣਿਆ ਹੋਇਆ ਬਚਨ ਹੀ ਸਮਝ ਵਿੱਚ ਆਉਂਦਾ ਹੈ। ਅਗਰ 2-4 ਬੰਦੇ ਗੱਲਾਂ ਕਰਦੇ ਹੋਣ, ਇੱਕ ਵਿਅਕਤੀ ਕੁਝ ਬੋਲ ਰਿਹਾ ਹੈ ਅਤੇ ਸੁਣਨ ਵਾਲਿਆਂ 'ਚੋਂ ਕਿਸੇ ਦਾ ਧਿਆਨ ਉੱਥੇ ਨਹੀਂ, ਅਤੇ ਉਹਨੂੰ ਪਤਾ ਨਹੀਂ ਲੱਗੇਗਾ ਕਿ ਬੋਲਣ ਵਾਲੇ ਵਕਤੇ ਨੇ ਕਿਆ ਕਿਹਾ ਹੈ, ਕੀ ਆਖਿਆ ਹੈ। ਅਤੇ ਉਹ ਕਈ ਵਾਰੀ ਕਹਿ ਦਿੰਦਾ ਵੀ ਭਾਈ ਸਾਹਿਬ ਜਿਹੜੀ ਗੱਲ ਤੁਸੀਂ ਕਹੀ ਦੁਬਾਰਾ ਦੱਸਿਓ, ਹਾਂ ਮੇਰਾ ਧਿਆਨ ਉੱਕ ਗਿਆ ਸੀ, ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਸੀ। ਸੋ ਇਸ ਪ੍ਰਕਾਰ ਸਰੋਤਾ ਜਾਂ ਸੁਰਤਾ ਧਿਆਨ ਦੇ ਕੇ ਸੁਣਨਾ ਅਤੇ ਫਿਰ ਉਹਨੂੰ ਸਮਝਣਾ, ਮਨ ਵਿੱਚ ਵਿਚਾਰਨਾ ਔਰ ਮਨ 'ਚ ਮੰਨ ਲੈਣਾ ਅਤੇ ਉਸ ਨੂੰ ਧਾਰਨ ਕਰ ਲੈਣਾ, ਇਹ ਹੁੰਦਾ ਹੈ ਸੁਰਤਾ ਜਾਂ ਸਰੋਤਾ ਵਿਅਕਤੀ। ਸੋ ਇਸ ਪ੍ਰਕਾਰ ਜਿਹੜਾ ਧਿਆਨ ਦੇ ਕੇ ਸੁਣਦਾ ਹੈ ਅਤੇ ਸੁਣ ਸੁਣ ਕੇ ਉਸ ਬਚਨ ਨੂੰ ਬੁੱਝਦਾ ਹੈ, ਸਮਝਦਾ ਉਹਦੇ ਤਾਤ ਪਰਜ ਨੂੰ ਪਈ ਇਹਦਾ ਭਾਵ ਕੀ ਹੈ, ਅਤੇ ਫਿਰ ਮਾਨੈ ਨਾਉ। ਗੁਰਾਂ ਦੀ ਸਿੱਖਿਆ ਨੂੰ ਸੁਣ ਕੇ ਬੁੱਝਦਾ ਕਿ ਸਤਿਗੁਰੂ ਜੀ ਕੀ ਸਿੱਖਿਆ ਦੇ ਰਹੇ ਨੇ, ਸਮਝ ਲੈਂਦਾ ਹੈ ਵੀ ਸਤਿਗੁਰੂ ਦੀ ਸਿੱਖਿਆ ਦਾ ਨਿਚੋੜ ਕੀ ਹੈ, ਮੋਰਲ ਕੀ ਹੈ, ਸਿਧਾਂਤ ਕੀ ਹੈ।
ਉਹ ਬੁੱਝਦਾ ਹੈ, ਸਿਆਣਾ ਹੈ, ਸਮਝਦਾਰ ਹੈ, ਕਿਉਂਕਿ ਧਿਆਨ ਦੇ ਕੇ ਸੁਣਦਾ। ਅਤੇ ਫਿਰ ਉਸ ਦਾ ਸਿੱਖਿਆ ਦਾ ਜੋ ਨਿਚੋੜ ਹੈ ਨਾਮ ਪਰਮੇਸ਼ਵਰ ਦਾ, ਉਸ ਨੂੰ ਉਹਦਾ ਮਨ ਜਪਣ ਵਾਸਤੇ ਮੰਨ ਜਾਂਦਾ। ਜਦੋਂ ਆਮ ਤੌਰ 'ਤੇ ਸਮਝ ਦੀਆਂ ਗੱਲਾਂ ਹੀ ਕਰੀ ਜਾਂਦੇ ਹਾਂ ਆਪਾਂ, ਬਈ ਗੁਰਬਾਣੀ ਦੇ ਅਰਥ ਭਾਵ ਨੂੰ ਸਮਝਣਾ ਚਾਹੀਦਾ। ਅਤੇ ਜੇ ਮਨ ਮੰਨਦਾ ਹੀ ਨਹੀਂ, ਉਹਦੇ ਅਨੁਸਾਰ ਸਾਡੀ ਕਰਨੀ ਨਹੀਂ, ਅਤੇ ਫਿਰ ਉਸ ਸਮਝ ਦਾ ਕੋਈ ਲਾਭ ਨਹੀਂ ਹੁੰਦਾ। ਪਤਾ ਹੈ ਸਾਰੀਆਂ ਗੱਲਾਂ ਦਾ, ਸਾਰੇ ਉਪਦੇਸ਼ ਦਾ, ਬਚਨ ਦੇ ਤਾਤ ਪਰਜ ਦਾ, ਵੀ ਕੀ ਬਚਨ ਸਤਿਗੁਰਾਂ ਸਿੱਖਿਆ ਕੀ ਦਿੱਤੀ ਹੈ, ਪਰ ਮਨ ਮੰਨਦਾ ਹੀ ਨਹੀਂ, ਉਹਦੇ ਅਨੁਸਾਰ ਕਰਨੀ ਨਹੀਂ ਬਣਦੀ, ਅਤੇ ਫਿਰ ਉਹ ਮੰਨਿਆ ਨਹੀਂ। ਉਸ ਨਿਰੀ ਸਮਝ ਨੂੰ, ਨਿਰੀਆਂ ਸਮਝਾਂ ਨੂੰ, ਨਿਰੀਆਂ ਅਕਲਾਂ ਨੂੰ ਅਸੀਂ ਬੁੱਝਣਾ ਨਹੀਂ ਕਹਿ ਸਕਦੇ। ਜਿਹੜਾ ਬੁੱਝਣਾ ਸਤਿਗੁਰੂ ਕਹਿ ਰਹੇ ਨੇ, ਮੰਨ ਲੈਣਾ, ਮਨ ਦਾ ਸਮਝਣਾ ਅਤੇ ਮਨ ਦਾ ਮੰਨ ਜਾਣਾ। ਜਿਹੜਾ ਮਨ ਮੰਨ ਜਾਏ, ਨਾਮ ਦੀ ਮਹਾਨਤਾ ਨੂੰ ਜੋ ਸਮਝ ਲੈਂਦਾ, ਮੰਨ ਲੈਂਦਾ, ਉਹ ਫਿਰ ਨਾਮ ਨਾਲ ਜੁੜ ਜਾਂਦਾ। ਅਸੀਂ ਅਜੇ ਬੁੱਝਿਆ ਹੀ ਨਹੀਂ, ਸਮਝਿਆ ਹੀ ਨਹੀਂ, ਮਨ ਸਾਡਾ ਮੰਨਿਆ ਹੀ ਨਹੀਂ, ਅਤੇ ਤਾਂ ਕਰਕੇ ਨਾਮ ਸਾਡੇ ਹਿਰਦੇ ਵਿੱਚ ਨਹੀਂ ਹੈ। ਹਜ਼ੂਰ ਕਹਿੰਦੇ ਨੇ, ਜਿਹੜਾ ਸੁਣ ਸੁਣ ਕੇ ਬੁੱਝਦਾ ਹੈ ਅਤੇ ਫਿਰ ਨਾਮ ਨੂੰ ਮੰਨ ਲੈਂਦਾ, ਮਨ 'ਚ ਧਾਰਨ ਕਰ ਲੈਂਦਾ। ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਵੀ ਇਹ ਜੋ ਭਜਨ ਤੁਸੀਂ ਸੁਣਾਇਆ, ਮੈਂ ਮੰਨਦਾ ਕਿ ਇਹ ਸਹੀ ਹੈ, ਮੰਨ ਤਾਂ ਲਿਆ ਵੀ ਸਹੀ ਹੈ, ਪਰ ਧਾਰਨ ਨਹੀਂ ਕੀਤਾ, ਉਹਦੇ ਅਨੁਸਾਰ ਆਪਣਾ ਜੀਵਨ ਨਹੀਂ ਬਣਾਇਆ, ਉਹੋ ਜਿਹੀ ਕਰਨੀ ਨਹੀਂ ਧਾਰਨ ਕੀਤੀ, ਅਤੇ ਫਿਰ ਮਤਲਬ ਨਹੀਂ ਮੰਨਿਆ। ਜੇ ਮਨ ਮੰਨ ਜਾਂਦਾ ਹੈ ਤਾਂ ਫਿਰ ਕਰਨੀ ਉਸ ਤਰ੍ਹਾਂ ਦੀ ਬਣ ਜਾਂਦੀ ਹੈ। ਨਾਮ ਨੂੰ ਸਭ ਤੋਂ ਸ਼੍ਰੋਮਣੀ ਮੰਨ ਲਿਆ, ਨਾਮ ਦੀ ਵਡਿਆਈ ਜਾਣ ਲਈ, ਸਮਝ ਲਈ, ਅਤੇ ਫਿਰ ਨਾਮ ਵਿੱਚ ਜੁੜ ਗਿਆ। ਜੇ ਨਹੀਂ ਜੁੜਿਆ ਤਾਂ ਮਤਲਬ ਮਨ ਨੇ ਮੰਨਿਆ ਨਹੀਂ, ਮਨ ਹੀ ਨਹੀਂ ਮੰਨਿਆ। ਜਿੰਨੇ ਧਾਰਮਿਕ ਗ੍ਰੰਥ ਜਾਂ ਉਪਦੇਸ਼ ਕਰਤਾ, ਰਹਿਬਰ, ਅਵਤਾਰ, ਰਿਸ਼ੀ ਮੁਨੀ, ਪੈਗੰਬਰ, ਮੁਰਸ਼ਦ ਹੋਏ ਨੇ, ਇਸ ਮਨ ਦੇ ਸੁਧਾਰ ਵਾਸਤੇ ਹੋਏ ਨੇ, ਪਰ ਮਨ ਹੀ ਹੈ ਜੋ ਨਹੀਂ ਮੰਨਿਆ। ਬੜੀਆਂ ਸਿੱਖ ਮੱਤਾਂ ਇਸ ਮਨ ਨੂੰ ਦੇਣ ਦਾ ਯਤਨ ਕੀਤਾ ਗਿਆ ਹੁਣ ਤੱਕ, ਪਰ ਇਹ ਮਨ ਹੀ ਹੈ ਜੋ ਨਹੀਂ ਮੰਨਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਜਦੋਂ ਅਸੀਂ ਵਿਚਾਰਦੇ ਹਾਂ ਤਾਂ ਸਾਰਾ ਮਨ ਨੂੰ ਹੀ ਉਪਦੇਸ਼ ਦਿੰਦੇ ਨੇ। ਮਨ ਰੇ ਸਾਚਾ ਗਹੋ ਵਿਚਾਰਾ, ਮਨ ਰੇ ਕੌਣ ਕੁਮਤ ਤੈ ਲੀਨੀ, ਮਨ ਰੇ ਕਹਾਂ ਭਇਓ ਤੈ ਬਉਰਾ, ਮਨ ਰੇ ਗਹਿਓ ਨ ਗੁਰ ਉਪਦੇਸ਼ ਇਤਿਆਦਿਕ। ਹਜ਼ੂਰ ਕਹਿੰਦੇ ਨੇ, ਜਿਸ ਦਾ ਮਨ ਮੰਨ ਜਾਂਦਾ ਨਾਮ ਜਪਣ ਲਈ, ਮਾਨੈ ਨਾਮ ਤਾ ਕੈ ਸਦ ਬਲਿਹਾਰੈ ਜਾਉ, ਉਸ ਵਿਅਕਤੀ ਦੇ ਉੱਪਰੋਂ ਮੈਂ ਸਦ ਸੈਂਕੜੇ ਵਾਰ, ਸਦ ਹਮੇਸ਼ਾ ਹਮੇਸ਼ਾ ਸਦੀਵੀ ਕਾਲ ਲਈ ਬਲਿਹਾਰ ਜਾਵਾਂਗਾ। ਬਲਿਹਾਰ ਜਾਣਾ, ਉਹਦੇ ਅੱਗੇ ਆਪਣਾ ਬਲ ਹਾਰ ਦੇਣਾ, ਆਜਿਜ਼ ਨਿਮਾਣੇ ਬਣ ਜਾਣਾ, ਸਦਕੇ ਜਾਣਾ। ਆਪ ਭੁਲਾਏ ਠੌਰ ਨਾ ਠਾਓ, ਪਰ ਜਿਨ੍ਹਾਂ ਜੀਆਂ ਨੂੰ ਪਰਮੇਸ਼ਰ ਅਕਾਲ ਪੁਰਖ ਆਪ ਆਪਣੇ ਇਸ ਨਾਮ ਦੇ ਰਸਤੇ ਤੋਂ, ਆਪਣੀ ਬੰਦਗੀ ਦੇ ਰਸਤੇ ਤੋਂ, ਗੁਰੂ ਦੀ ਸਿੱਖਿਆ ਨੂੰ ਸੁਣਨ, ਸਮਝਣ ਅਤੇ ਧਾਰਨ ਕਰਨ ਦੇ ਰਸਤੇ ਤੋਂ ਭੁਲਾ ਦਿੰਦਾ, ਖੁੰਝਾ ਦਿੰਦਾ, ਉਸ ਨੂੰ ਕੋਈ ਠੌਰ ਨਾ ਠਾਓ, ਕੋਈ ਥਾਂ ਟਿਕਾਣਾ ਨਹੀਂ ਹੈ, ਕੋਈ ਜਗ੍ਹਾ ਨਹੀਂ ਉਹਦੇ ਵਾਸਤੇ ਟਿਕਣ ਵਾਸਤੇ, ਵਿਸ਼ਰਾਮ ਲਈ ਉਹਦੇ ਵਾਸਤੇ ਕੋਈ ਜਗ੍ਹਾ ਨਹੀਂ, ਉਹਦਾ ਕੋਈ ਥਾਂ ਥਿੱਤਾ ਨਹੀਂ, ਉਹਦਾ ਕੋਈ ਟਿਕਾਣਾ ਨਹੀਂ। ਤੂੰ ਸਮਝਾ ਵਹਿ ਮੇਲ ਮਿਲਾਓ। ਪਰ ਹੇ ਵਾਹਿਗੁਰੂ ਜੀ, ਜੇ ਤੁਸੀਂ ਸਮਝ ਬਖਸ਼ਦੇ ਹੋ, ਸੂਝ ਬਖਸ਼ਦੇ ਹੋ, ਜੇ ਤੁਸੀਂ ਉਹਦੇ ਮਨ ਨੂੰ ਸਮਝਾਉਣਾ ਚਾਹੋ, ਸਮਝਾ ਦਿਓ, ਤਾਂ ਤੁਸੀਂ ਸਮਝਾ ਕੇ ਸਤ ਸੰਗਤ ਵਿੱਚ ਮੇਲ ਕੇ ਆਪਣਾ ਮਿਲਾਪ ਬਖਸ਼ਣ ਵਾਲੇ, ਗੁਰੂ ਸਾਹਿਬ ਜੀ ਨਾਲ ਮੇਲ ਕੇ ਅਤੇ ਫਿਰ ਆਪਣੇ ਨਾਲ ਮਿਲਾਉਣ ਵਾਲੇ, ਆਪਣਾ ਮਿਲਾਪ ਬਖਸ਼ਣ ਵਾਲੇ ਹੋ। ਨਾਮ ਮਿਲੈ ਚੱਲੈ ਮੈਂ ਨਾਲ, ਇਸ ਵਾਸਤੇ ਮੈਂ ਤੇਰੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰਦਾ ਹਾਂ। ਮੇਰੀ ਮੰਗ ਇਹੋ ਹੀ ਹੈ ਕਿ ਮੈਨੂੰ ਤੇਰਾ ਨਾਮ ਮਿਲ ਜਾਏ, ਤੇਰਾ ਨਾਮ ਪ੍ਰਾਪਤ ਹੋਏ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਅਸਲੀ ਜੀਵਨ ਤਾਂ ਵਾਹਿਗੁਰੂ ਦੇ ਨਾਮ ਵਿੱਚ ਹੀ ਹੈ। ਜਲ ਜਾਓ ਜੀਵਨ ਨਾਮ ਬਿਨਾ, ਨਾਮ ਤੋਂ ਬਗੈਰ ਤਾਂ ਕਹਿੰਦੇ ਜੀਵਨ ਹੀ ਸਾਰਾ ਸੜ ਬਲ ਜਾਏ।
ਸੋ ਨਾਮ ਮਿਲੈ ਚੱਲੈ ਮੈਂ ਨਾਲ। ਕਿਉਂ ਨਾਮ ਹੀ ਕੇਵਲ ਮੰਗਣਾ ਚਾਹੀਦਾ ਜੀ। ਤਾਂ ਹਜ਼ੂਰ ਕਹਿੰਦੇ ਨੇ ਜਦੋਂ ਇਸ ਦੁਨੀਆ ਤੋਂ ਜਾਈਦਾ ਹੈ ਉਦੋਂ ਕੇਵਲ ਨਾਮ ਹੀ ਨਾਲ ਚੱਲਦਾ ਹੈ। ਮੈਂ ਨਾਲ, ਮੇਰੇ ਨਾਲ ਇਸ ਦੁਨੀਆ ਤੋਂ ਤੁਰਨ ਵੇਲੇ ਨਾਮ ਹੀ ਜਾਏਗਾ। ਨਾਮ ਮੇਰੇ ਨਾਲ ਹਮੇਸ਼ਾ ਚੱਲਦਾ। ਅਸੀਂ ਦੁਨੀਆ ਵਿੱਚ ਮਿੱਤਰ ਸੱਜਣ ਦੋਸਤ ਸੰਬੰਧੀ ਬਣਾ ਲੈਂਦੇ ਹਾਂ ਅਤੇ ਸਮਝਦੇ ਹਾਂ ਵੀ ਮੇਰੇ ਕੰਮ ਆਉਣਗੇ। ਪਹਿਲੀ ਗੱਲ ਤਾਂ ਵੱਡੀਆਂ ਵੱਡੀਆਂ ਡੀਂਗਾਂ ਮਾਰਨ ਵਾਲੇ ਲੋਕ ਜੋ ਇਹ ਕਹਿੰਦੇ ਨੇ ਕਿ ਤੇਰੇ ਪਸੀਨੇ ਦਾ ਥਾਂ ਆਪਣਾ ਖੂਨ ਬਹਾ ਦਿਆਂਗੇ, ਗੱਲਾਂ ਤਾਂ ਕਰਨਗੇ, ਪਰ ਜਿਸ ਵੇਲੇ ਬਿਪਤਾ ਪੈਂਦੀ, ਕੋਈ ਦੁੱਖ ਤਕਲੀਫ ਸਾਡੇ ਸਿਰ 'ਤੇ ਆਉਂਦਾ ਤਾਂ ਉਹ ਭਗੌੜੇ ਹੋ ਜਾਂਦੇ ਨੇ। ਸੁੱਖ ਦੇ ਵੇਲੇ ਤਾਂ ਬੜੀ ਦੁਨੀਆ ਆਣ ਮਿਲ ਬੈਠਦੀ। ਸੁਖ ਮੈਂ ਆਨ ਬਹੁਤ ਮਿਲ ਬੈਠ ਰਹਿਤ ਚਾਹੂੰ ਦਿਸ ਘੇਰਾ। ਬਿਪਤ ਪਰੀ ਸਭ ਹੀ ਸੰਗ ਛਾੜਤ ਕਹੂ ਨਾ ਆਵਤ ਨੇਰਾ। ਉਦੋਂ ਨੇੜੇ ਕੋਈ ਨਹੀਂ ਆਉਂਦਾ। ਅਤੇ ਦੂਸਰੀ ਗੱਲ, ਜੇ ਕੋਈ ਹੋਵੇ ਵੀ ਐਡਾ ਸੱਜਣ ਮਿੱਤਰ ਦੋਸਤ ਜਾਂ ਸੰਬੰਧੀ ਬਹੁਤ ਪਿਆਰ ਕਰਨ ਵਾਲਾ, ਤਾਂ ਸਰੀਰਕ ਤੌਰ 'ਤੇ ਅੱਠੇ ਪੈਰ 24 ਘੰਟੇ ਸਾਰੀ ਉਮਰ ਸਾਡੇ ਨਾਲ ਨਹੀਂ ਰਹਿ ਸਕਦਾ। ਕੋਈ ਦੇਹ ਕਰਕੇ 2 ਮੀਲ 'ਤੇ ਬੈਠਾ, ਕੋਈ 10 ਮੀਲ 'ਤੇ, ਕੋਈ ਹਜ਼ਾਰਾਂ ਮੀਲਾਂ 'ਤੇ, ਕੋਈ 100 ਮੀਲ 'ਤੇ ਬੈਠਾ। ਹੁਣੇ 1 ਸਕਿੰਟ ਵਿੱਚ ਸਾਨੂੰ ਜ਼ਰੂਰਤ ਪੈ ਜੇ, ਲੋੜ ਪੈ ਜੇ ਸਹਾਇਤਾ ਦੀ, ਤਾਂ ਉਹ ਕਿੱਥੋਂ ਭੱਜ ਕੇ ਆਏਗਾ। ਦੇਹ 'ਤੇ ਸਹਾਇਤਾ ਨਹੀਂ ਨਾ ਐਡੀ ਛੇਤੀ ਆ ਕੇ ਕਰ ਸਕਦੀ। ਅਤੇ ਸਤਿਗੁਰੂ ਮਹਾਰਾਜ ਸ਼ਬਦ ਰੂਪ ਹੋ ਕੇ ਸਾਡੇ ਨਾਲ ਵਸਦੇ ਨੇ। ਨਾਮ ਰੂਪ ਹੋ ਕੇ, ਪ੍ਰਕਾਸ਼ ਰੂਪ ਹੋ ਕੇ ਵਾਹਿਗੁਰੂ ਜੀ ਸਾਡੇ ਨਾਲ ਹੀ ਵਸ ਰਹੇ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਵਾਹਿਗੁਰੂ ਮੌਜੂਦ ਨਹੀਂ ਹੈ। ਜਹ ਜਹ ਪੇਖੋਂ ਤਹ ਹਜ਼ੂਰ ਦੂਰ ਕਤਹੁ ਨਾ ਜਾਈ। ਅਤੇ ਅਗਲੇ ਜਹਾਨ ਵਿੱਚ ਜੇ ਇਸ ਦੁਨੀਆ 'ਚ ਜਪਿਆ ਹੋਇਆ ਹੋਵੇਗਾ ਨਾਮ, ਹਿਰਦੇ 'ਚ ਨਾਮ ਹੋਵੇਗਾ, ਅੰਤ ਵੇਲੇ ਵੀ ਨਾਮ ਚੇਤੇ ਆਵੇਗਾ, ਅਤੇ ਇਹ ਨਾਮ ਜ਼ਰੂਰ ਨਾਲ ਜਾਏਗਾ। ਤੋਸਾ ਹਰ ਕਾ ਨਾਮ ਲੈ, ਤੇਰੇ ਕੁਲਹਿ ਨਾ ਲਾਗੈ ਗਾਲ ਜੀ। ਤੋਸਾ ਰਾਹ ਦਾ ਖਰਚ, ਪਰਲੋਕ ਨੂੰ ਜਾਣਾ ਅਤੇ ਖਰਚ ਪੱਠਾ ਨਾਲ, ਇਹ ਰਾਹਦਾਰੀ, ਇਹ ਪੱਲੇ ਬੰਨ੍ਹਣਾ ਚਾਹੀਦਾ। ਹਜ਼ੂਰ ਕਹਿੰਦੇ ਨੇ ਨਾਮ ਮਿਲੈ, ਮੈਨੂੰ ਤੇਰਾ ਨਾਮ ਪ੍ਰਾਪਤ ਹੋ ਜਾਏ। ਜੋ ਚੱਲਦਾ ਹੈ ਮੇਰੇ ਨਾਲ ਹਮੇਸ਼ਾ ਇਸ ਦੁਨੀਆ ਵਿੱਚ ਵੀ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਧ ਲਿਆ ਨ ਜਾਈ। ਹਰ ਧਨ ਸੰਚੀਐ ਭਾਈ, ਜੇ ਹਲਤ ਪਲਤ ਹਰ ਹੋਏ ਸਖਾਈ। ਵਾਹਿਗੁਰੂ ਦੇ ਨਾਮ ਦਾ ਧਨ ਭਾਈ ਜੀ ਇਕੱਠਾ ਕਰਨਾ ਚਾਹੀਦਾ, ਜਿਹੜਾ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਸਹਾਇਤਾ ਕਰਦਾ। ਜਿਹੜਾ ਮੇਰੇ ਨਾਲ ਚੱਲਣ ਵਾਲੀ ਵਸਤੂ ਹੈ ਨਾ ਵਾਹਿਗੁਰੂ ਜੀ, ਉਹ ਤੁਹਾਡਾ ਨਾਮ ਹੈ। ਇਸ ਕਰਕੇ ਮੈਂ ਮੰਗਦਾ ਹਾਂ, ਇਹ ਅਰਦਾਸ ਬੇਨਤੀ ਜਾਚਨਾ ਕਰਦਾ ਹਾਂ ਕਿ ਮੈਨੂੰ ਤੁਹਾਡਾ ਨਾਮ ਪ੍ਰਾਪਤ ਹੋਵੇ। ਬਿਨ ਨਾਵੈ ਬਾਧੀ ਸਭ ਕਾਲ। ਵਾਹਿਗੁਰੂ ਜੀ, ਤੁਹਾਡੇ ਨਾਮ ਤੋਂ ਬਗੈਰ ਸਾਰੀ ਜਿਹੜੀ ਸ੍ਰਿਸ਼ਟੀ ਹੈ ਨਾ, ਸਾਰੀ ਜਿਹੜੀ ਖਲਕਤ ਹੈ, ਲੁਕਾਈ ਹੈ, ਇਹ ਕਾਲ ਦੇ ਸਹਿਮ ਵਿੱਚ, ਮੌਤ ਦੇ ਸਹਿੰਸੇ ਵਿੱਚ, ਮੌਤ ਦੇ ਤੌਖਲੇ 'ਚ, ਮੌਤ ਦੇ ਡਰ ਵਿੱਚ, ਮੌਤ ਦੇ ਅਧੀਨ ਹੋ ਕੇ ਬੱਝੀ ਪਈ ਹੈ, ਜਕੜੀ ਹੋਈ ਹੈ। ਮੌਤ ਵਿੱਚ ਕਾਲ ਦੇ ਅਧੀਨ ਜਕੜੀ ਹੋਈ ਹੈ। ਕਾਲ ਦਾ ਸਹਿਮ, ਸੰਸਾ, ਡਰ ਇਹਦੇ ਸਿਰ 'ਤੇ ਬਣਿਆ ਰਹਿੰਦਾ, ਅਤੇ ਤਾਂ ਹੀ ਮਨੁੱਖ ਸਮੇਂ-ਸਮੇਂ 'ਤੇ ਡਰਦਾ। ਇਹ ਦੇਹ ਨੂੰ ਆਪਣਾ ਰੂਪ ਮੰਨਿਆ ਹੋਇਆ ਅਤੇ ਕਹਿੰਦਾ ਇਹ ਦੇਹ ਮੇਰੀ ਬਿਨਸ ਨਾ ਜਾਏ, ਇਹ ਮੈਂ ਹਾਂ, ਅਤੇ ਇਸ ਵਾਸਤੇ ਡਰ ਹਨ ਸਾਰੇ। ਇਸ ਕਰਕੇ ਇਹ ਕਾਲ ਦੇ ਵਿੱਚ ਸਾਰੀ ਸ੍ਰਿਸ਼ਟੀ ਬੱਧੀ ਹੋਈ ਹੈ ਨਾਮ ਤੋਂ ਬਗੈਰ। ਜਿਸ ਦੇ ਹਿਰਦੇ 'ਚ ਨਾਮ ਹੈ ਉਹਦੇ 'ਤੇ ਕਾਲ ਦਾ, ਮੌਤ ਦਾ, ਜਮ ਦਾ ਕੋਈ ਪ੍ਰਭਾਵ ਨਹੀਂ। ਰਹਾਓ। ਖੇਤੀ ਵਣਜ ਨਾਵੈ ਕੀ ਓਟ। ਫਿਰ ਪ੍ਰਸ਼ਨ ਉੱਠਿਆ ਕਿ ਸਤਿਗੁਰੂ ਜੀ, ਨਾਮ ਦਾ ਆਸਰਾ ਲੈਣ ਲਈ ਮਨ ਨਹੀਂ ਮੰਨਦਾ, ਨਾਮ ਜਪਣ ਲਈ ਮਨ ਨਹੀਂ ਮੰਨਦਾ, ਨਾਮ ਨਾਲ ਕਿੰਝ ਪਿਆਰ ਪਵੇ। ਤਾਂ ਹਜ਼ੂਰ ਕਹਿੰਦੇ ਨੇ ਜਿਸ ਤਰ੍ਹਾਂ ਕੋਈ ਖੇਤੀਬਾੜੀ ਕਰਨ ਵਾਲਾ ਵਿਅਕਤੀ ਖੇਤੀਬਾੜੀ ਕਰਦਾ ਬੜੀ ਸ਼ਿੱਦਤ ਨਾਲ, ਬੜੇ ਧਿਆਨ ਪੂਰਵਕ, ਬੜੀ ਮਿਹਨਤ ਕਰਦਾ, ਦਿਨੇ ਵੀ ਕੰਮ ਕਰਦਾ, ਕਈ ਵਾਰੀ ਰਾਤ ਵੀ ਜਾਗਦਾ, ਇਸ ਲਾਲਸਾ ਕਰਕੇ ਬਈ ਇਹ ਖੇਤੀ ਮੈਂ ਬੀਜ ਰਿਹਾ ਹਾਂ, ਇਹਦੀ ਸਾਂਭ ਸੰਭਾਲ ਕਰਾਂਗਾ, ਬਹੁਤ ਜ਼ਿਆਦਾ ਅਨਾਜ ਬੋਲ ਬਣਾ ਕੇ ਘਰ ਲੈ ਆਵਾਂਗਾ, ਕੁਛ ਘਰ ਰੱਖਾਂਗੇ ਖਾਣ ਵਾਸਤੇ, ਕੁਝ ਵੇਚਾਂਗੇ, ਉਹਦੇ ਨਾਲ ਹੋਰ ਵਸਤੂਆਂ, ਲੀੜਾ ਕੱਪੜਾ ਜਾਂ ਮਕਾਨ ਬਣਾਉਣਾ, ਕਿਤੇ ਵੀ ਸਾਰਾ ਕਾਰੋਮਦਾਰ ਇਹਦੇ ਸਿਰ 'ਤੇ, ਜਿਵੇਂ ਉਹ ਕਾਰੋਬਾਰ ਕਰਦਾ ਆਪਣਾ ਖੇਤੀਬਾੜੀ ਦਾ। ਔਰ ਇਸੇ ਤਰ੍ਹਾਂ ਜਿਹੜਾ ਵਣਜ ਕਰਨ ਵਾਲਾ ਵਪਾਰੀ ਆਦਮੀ ਹੈ, ਉਹ ਵਪਾਰ ਵਿੱਚ ਜਿਵੇਂ ਧਿਆਨ ਦਿੰਦਾ, ਇਸੇ ਤਰ੍ਹਾਂ ਪ੍ਰਲੋਕ ਦਾ ਚੇਤਾ ਰੱਖ ਕੇ
ਮਰਨ ਦਾ, ਸਰੀਰ ਦੀ ਮੌਤ ਦਾ ਚੇਤਾ ਰੱਖ ਕੇ ਕਿ ਉਸ ਸਮੇਂ ਤੋਂ ਬਾਅਦ ਜਦੋਂ ਸਰੀਰ ਦਾ ਅੰਤ ਹੋ ਜਾਣਾ, ਇੱਥੋਂ ਤਾਂ ਕੁਛ ਵੀ ਮੇਰੇ ਨਾਲ ਨਹੀਂ ਜਾਣਾ। ਅਤੇ ਵਾਹਿਗੁਰੂ ਜੀ ਦਾ ਨਾਮ ਜੋ ਸਤਿਗੁਰੂ ਦੱਸ ਰਹੇ ਨੇ ਕਿ ਪਰਲੋਕ ਵਿੱਚ ਵੀ ਸਹਾਈ ਹੈ, ਬਲਕਿ ਇਹਦੇ ਨਾਲ ਹੀ ਮੁੱਖ ਉਜਲਾ ਹੋਣਾ। ਅਤੇ ਇਸ ਕਰਕੇ ਫਿਰ ਇੰਝ ਨਾਮ ਨਾਲ ਵੀ ਪ੍ਰੀਤ ਲਾਉਣੀ ਚਾਹੀਦੀ ਹੈ, ਨਾਮ ਦਾ ਵੀ ਆਸਰਾ ਲੈਣਾ ਚਾਹੀਦਾ। ਜਿਸ ਤਰ੍ਹਾਂ ਖੇਤੀ ਵਿੱਚ ਧਿਆਨ ਦਿੱਤਾ ਜਾਂਦਾ, ਵਣਜ ਵਪਾਰ ਵਿੱਚ ਧਿਆਨ ਦਿੱਤਾ ਜਾਂਦਾ, ਇਸੇ ਤਰ੍ਹਾਂ ਆਪਣੇ ਮਨ ਦਾ ਖਿਆਲ ਵਾਹਿਗੁਰੂ ਦੇ ਨਾਮ ਨਾਲ ਲਾਉਣਾ ਚਾਹੀਦਾ। ਨਾਮ ਦੀ ਓਟ ਇਸ ਤਰ੍ਹਾਂ ਲੈਣੀ ਚਾਹੀਦੀ ਹੈ ਜਿਵੇਂ ਖੇਤੀ ਕਰਨ ਵਿੱਚ ਓਟ ਹੈ ਕਿ ਇਹਦੇ ਨਾਲ ਸਾਡਾ ਸਾਰਾ ਘਰ ਦਾ ਖਰਚਾ ਚੱਲਣਾ। ਵਪਾਰ ਵਿੱਚ ਧਿਆਨ ਹੈ, ਓਟ ਹੈ ਵਪਾਰ ਦੀ, ਵੀ ਚੱਲਦਾ ਰਹੇਗਾ ਅਤੇ ਸਾਡਾ ਖਰਚਾ ਪਰਿਵਾਰ ਦਾ ਚੱਲਦਾ ਰਹੇਗਾ। ਜਿਵੇਂ ਇੱਕ ਬੱਚੀ ਨੇ ਇੱਕ ਵਾਰੀ ਇਹ ਸਵਾਲ ਉਠਾਇਆ ਸੀ ਵੀ ਮੈਂ ਗੁਰਦੁਆਰਾ ਸਾਹਿਬ ਨਹੀਂ ਜਾਣਾ, ਕਿਉਂਕਿ ਉੱਥੇ ਅਕੇਵਾਂ ਜਿਹਾ, ਬੋਰਿੰਗ ਅੰਗਰੇਜ਼ੀ ਦਾ ਸ਼ਬਦ ਆ, ਵੀ ਬੋਰ ਹੋ ਜਾਈਦਾ, ਐਵੇਂ ਅੱਕ ਜਿਹਾ ਜਾਂਦਾ ਮਨ। ਜਦੋਂ ਜਾਈਏ ਉਹੀ ਗੱਲ ਵੀ ਨਾਮ ਜਪੋ, ਨਾਮ ਜਪੋ, ਰੱਬ ਦੀ ਗੱਲ। ਅਤੇ ਇਸੇ ਪ੍ਰਕਾਰ ਜਦੋਂ ਮੈਨੂੰ ਦੱਸਿਆ ਗਿਆ ਤਾਂ ਮੈਂ ਵੀ ਸੋਚੀ ਪੈ ਗਿਆ। ਫਿਰ ਉਸ ਬੱਚੀ ਨੂੰ ਕੋਲ ਬਿਠਾ ਕੇ ਪੁੱਛਿਆ ਵੀ ਜਿਹੜੀ ਪੜ੍ਹਾਈ ਤੁਸੀਂ ਸਕੂਲਾਂ 'ਚ ਕਰਦੇ ਹੋ, ਪਹਿਲਾਂ ਤਾਂ ਮਾਪੇ ਸਮਝਾਉਂਦੇ ਨੇ, ਕੁਛ ਡਰ ਦਿੰਦੇ ਨੇ, ਕੁਝ ਸਮਝਾਉਂਦੇ ਨੇ ਵੀ ਵਿੱਦਿਆ ਪੜ੍ਹੋ ਕੰਮ ਆਵੇਗੀ, ਤੁਹਾਨੂੰ ਕਰੜੀ ਮਿਹਨਤ ਨਹੀਂ ਕਰਨੀ ਪਵੇਗੀ, ਹੱਡ ਭੰਨਵੀਂ ਮਿਹਨਤ ਨਹੀਂ ਕਰਨੀ ਪਵੇਗੀ, ਕੁਰਸੀ 'ਤੇ ਬੈਠ ਕੇ ਸੌਖੇ ਢੰਗ ਨਾਲ ਪੈਸੇ ਮਾਇਆ ਕਮਾਓਗੇ। ਅਤੇ ਪਹਿਲਾਂ ਮਾਂ ਪਿਓ ਦੇ ਕਹਿਣ ਕਰਕੇ ਧਿਆਨ ਦੇ ਕੇ ਬੱਚੇ ਪੜ੍ਹਦੇ ਨੇ, ਫਿਰ ਵੱਡੀਆਂ ਕਲਾਸਾਂ ਵਿੱਚ ਜਾ ਕੇ ਆਪ ਨੂੰ ਵੀ ਸਮਝ ਆ ਜਾਂਦੀ ਵੱਡੀ ਉਮਰ 'ਚ ਵੀ ਮੈਂ ਡਿਗਰੀ ਕਰ ਲਵਾਂ, ਸੌਖਾ ਰਵਾਂਗਾ। ਅਤੇ ਬੜਾ ਸ਼ਿੱਦਤ ਨਾਲ, ਬੜਾ ਧਿਆਨ ਦੇ ਕੇ ਕਿਤਾਬਾਂ ਪੜ੍ਹੀ ਦੀਆਂ, ਰਸ ਤਾਂ ਉੱਥੋਂ ਵੀ ਕੋਈ ਨਹੀਂ ਆਉਂਦਾ। ਹੈ ਤਾਂ ਮਜਬੂਰੀ ਆ ਨਾ, ਜੀ ਨਹੀਂ ਕਰਦਾ ਪੜ੍ਹਨ ਨੂੰ, ਪਰ ਮਜਬੂਰੀ ਵਸ, ਲਾਲਸਾ ਵਸ ਪੜ੍ਹਿਆ ਜਾਂਦਾ। ਇਸੇ ਤਰ੍ਹਾਂ ਪਹਿਲਾਂ ਪਹਿਲ ਤਾਂ ਨਾਮ ਜਪਣਾ ਬੜਾ ਕਠਿਨ ਹੈ। ਜਿਵੇਂ ਭਾਈ ਵੀਰ ਸਿੰਘ ਨੇ ਲਿਖਿਆ ਵੀ ਪੱਥਰ ਨੂੰ, ਸਿਲਾ ਨੂੰ ਕੌਣ ਚੱਕ ਮਾਰੇ, ਜਿਹੜਾ ਪੱਥਰ ਹੈ, ਸਿਲ ਹੈ, ਉਸ ਨੂੰ ਕੌਣ ਚੱਟੇ, ਉੱਥੋਂ ਕਿਹੜਾ ਕੋਈ ਰਸ ਆਉਣਾ। ਪਹਿਲਾਂ ਪਹਿਲ ਨਾਮ ਜਪਣਾ ਇੰਝ ਹੀ ਹੈ। ਔਰ ਫਿਰ ਸਹਿਜੇ ਸਹਿਜੇ ਜੇ ਕਿਸੇ ਦੇ ਸੁਭਾਅ ਵਿੱਚ ਸ਼ਾਮਲ ਹੋ ਜਾਏ, ਜਿਵੇਂ ਰੋਜ਼ ਭੋਜਨ ਖਾਈਦਾ, ਇਸੇ ਤਰ੍ਹਾਂ ਨਿਤਨੇਮ ਨਾ ਕੀਤਾ ਜਾਏ ਅਤੇ ਮਹਿਸੂਸ ਹੋਵੇ ਵੀ ਮੈਨੂੰ ਅੱਜ ਕੋਈ ਘਾਟਾ ਪਿਆ, ਅਤੇ ਇਸ ਤਰ੍ਹਾਂ ਲੱਗਾ ਰਹੇ, ਫਿਰ ਰਸ ਬਣਦਾ। ਰਸ ਤੋਂ ਬਾਅਦ ਫਿਰ ਇਹ ਜੀਵਨ ਹੀ ਬਣ ਜਾਂਦਾ ਨਾਮ। ਅਤੇ ਇਸ ਪ੍ਰਕਾਰ ਪਹਿਲਾਂ ਤਾਂ ਲਾਲਸਾ ਹੀ ਦੇਣੀ ਪੈਂਦੀ ਹੈ ਨਾ, ਮਨ ਨੂੰ ਸਮਝਾਉਣਾ ਪੈਂਦਾ, ਮੁਕਤ ਹੋ ਜਾਏਗਾ। ਸੋ ਇਹਨੂੰ ਚੂਰੀ ਪਾਉਣੀ ਪੈਂਦੀ, ਸਮਝਾਉਣਾ ਪੈਂਦਾ। ਜਿਵੇਂ ਫਰੀਦ ਦੇ ਮਾਤਾ ਜੀ ਮੁਸੱਲੇ ਥੱਲੇ ਸ਼ੱਕਰ ਰੱਖ ਦਿੰਦੇ ਸੀ ਵੀ ਮਾਤਾ ਨਮਾਜ਼ ਅਦਾ ਕਰੀਏ ਤਾਂ ਖੁਦਾ ਕੀ ਦੇਵੇਗਾ, ਕਿਉਂਕਿ ਮਨੁੱਖ ਛੇਤੀ ਫਲ ਚਾਹੁੰਦਾ ਵੀ ਜਿਹੜਾ ਕੰਮ ਮੈਂ ਕਰਾਂ ਉਸ ਮਿਹਨਤ ਦਾ ਮਿਹਨਤਾਨਾ ਫਲ ਛੇਤੀ ਮਿਲੇ। ਪਰ ਮਾਂ ਸਿਆਣੀ ਸੀ ਫਰੀਦ ਜੀ ਦੀ, ਤਾਂ ਹੀ ਉਹਨਾਂ ਨੂੰ ਸਲਾਹਿਆ ਜਾਂਦਾ। ਉਹ ਸ਼ੱਕਰ ਰੱਖ ਦਿੰਦੀ ਸੀ, ਇੱਕ ਦਿਨ ਚੇਤਾ ਭੁੱਲ ਗਿਆ ਅਤੇ ਵਾਹਿਗੁਰੂ ਨੇ ਐਸਾ ਰਸ ਬਖਸ਼ ਦਿੱਤਾ ਫਰੀਦ ਜੀ ਨੂੰ, ਕਹਿਣ ਲੱਗੇ ਬਿਲਕੁਲ ਮਾਤਾ ਖੁਦਾ ਸ਼ੱਕਰ ਹੀ ਬਖਸ਼ਦਾ ਹੈ, ਬਲਕਿ ਐਸਾ ਰਸ ਬਖਸ਼ਦਾ ਉਹਦੇ ਬਰਾਬਰ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਪਰ ਪਹਿਲਾਂ ਮਿਹਨਤ ਕਰਕੇ ਫਿਰ ਹੀ ਉਸ ਰਸ ਤੱਕ ਕੋਈ ਪਹੁੰਚੇਗਾ। ਉਸ ਰਸ ਤੱਕ ਪਹੁੰਚਣਾ ਇੱਕਦਮ ਨਹੀਂ ਹੈ, ਛੇਤੀ ਨਾਲ ਨਹੀਂ ਹੈ। ਪਹਿਲਾਂ ਮਨ ਨੂੰ ਸਮਝਾ ਕੇ, ਲਾਲਸਾ ਲਾਲਚ ਦੇ ਕੇ, ਮੁਕਤੀ ਆਦਿਕ ਦਾ, ਸੁੱਖਾਂ ਦਾ, ਛੁਟਕਾਰੇ ਦਾ। ਜਿਵੇਂ ਭਗਤੀ ਕਰਨ ਵਾਲੇ ਲੋਕ ਕੁਝ ਤਾਂ ਆਰਤ ਭਗਤ ਮੰਨੇ ਗਏ ਨੇ, ਆਰਤ ਦੁਖੀ ਹੋ ਕੇ ਵਾਹਿਗੁਰੂ ਦਾ ਨਾਮ ਜਪਣ ਲੱਗ ਪੈਣਾ ਵੀ ਦੁੱਖ ਨਿਵਰਤ ਹੋਏ। ਇੱਕ ਅਰਥਾਰਥੀ ਭਗਤ, ਅਰਥਾਂ ਦੀ ਪ੍ਰਾਪਤੀ, ਪਦਾਰਥਾਂ ਦੀ ਪ੍ਰਾਪਤੀ ਅਰਥ ਰੱਬ ਦਾ ਨਾਮ ਜਪਣਾ, ਪਦਾਰਥਾਂ ਦੀ ਥੁੜ ਦੇ ਮਾਰਿਆ ਹੋਇਆ ਵੀ ਵਾਹਿਗੁਰੂ ਧਨ ਦੌਲਤ ਬਖਸ਼ੇ, ਗਰੀਬੀ ਹੈ। ਅਤੇ ਇਸੇ ਤਰ੍ਹਾਂ ਫਿਰ ਇਸ ਤੋਂ ਅੱਗੇ ਲੰਘ ਕੇ ਕੋਈ ਬਣਦਾ ਗਿਆਨੀ ਭਗਤ ਜਾਂ ਅਨੰਨ ਭਗਤ। ਸੋ ਇਸ ਪ੍ਰਕਾਰ ਖੇਤੀ ਵਣਜ ਨਾਵੈ ਕੀ ਓਟ, ਜਿਵੇਂ ਖੇਤੀ ਵਿੱਚ ਧਿਆਨ ਦੇ ਕੇ ਖੇਤੀਬਾੜੀ ਕੀਤੀ ਜਾਂਦੀ ਹੈ, ਇਸੇ ਤਰ੍ਹਾਂ ਵਪਾਰ ਵਿੱਚ ਧਿਆਨ ਦਿੱਤਾ ਜਾਂਦਾ, ਲਾਲਸਾ ਵਸ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਓਟ ਲੈਣੀ ਚਾਹੀਦੀ ਆ, ਆਪਣੀ ਕਲਿਆਣ ਹਿੱਤ ਮਨ ਨੂੰ ਸਮਝਾ ਕੇ ਤੇਰਾ ਭਲਾ ਹੋ ਜਾਏਗਾ। ਪਾਪ ਪੁੰਨ ਬੀਜ ਕੀ ਪੋਟ, ਪਾਪ ਅਤੇ ਪੁੰਨ ਜਿਹੜੇ ਕਰੀਦੇ ਹਨ, ਵੈਸੇ ਤਾਂ ਪਾਪ ਅਤੇ ਵਿਕਾਰ ਇਹ ਮਨ ਦਾ ਵਿਸ਼ਾ ਹਨ। ਪਾਪ ਵੀ ਅਤੇ ਵਿਕਾਰ ਵੀ ਮਨ ਵਿੱਚ ਹੁੰਦੇ ਨੇ। ਮਨ 'ਚ ਵਿਕਾਰ ਹੈ ਜਾਂ ਪਾਪ ਦੀ ਲਾਲਸਾ ਹੈ
ਬਿਰਤੀ ਖਰਾਬ ਹੋਈ ਹੈ ਤੇ ਫਿਰ ਜਿਹੜਾ ਉਸ ਬਿਰਤੀ ਦੇ ਅਧੀਨ ਹੋ ਕੇ ਕੀਤਾ ਜਾਂਦਾ ਕਰਮ ਨੂੰ ਅਪਰਾਧ ਕਿਹਾ ਜਾਂਦਾ ਹੈ। ਵਿਕਾਰ ਵੀ ਕਾਮ ਮਨ 'ਚ ਹੈ। ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਪੰਜੇ ਵਿਕਾਰ ਮਨ ਵਿੱਚ ਹੀ ਹੁੰਦੇ ਨੇ ਤੇ ਕਰਮਾਂ ਦੁਆਰਾ ਪ੍ਰਗਟ ਹੁੰਦੇ ਨੇ। ਵੀ ਕਾਮ ਦੇ ਅਧੀਨ ਹੋ ਕੇ ਇਸ ਨੇ ਵਿਭਚਾਰ ਕੀਤਾ, ਇਸ ਨੇ ਜ਼ਬਰ ਜਨਾਹ ਕੀਤਾ ਆਦਿਕ। ਇਸੇ ਤਰ੍ਹਾਂ ਕ੍ਰੋਧ ਦੇ ਅਧੀਨ ਹੋ ਗਿਆ ਤੇ ਬਾਂਦਰ ਵਾਂਗ ਨਾਚ ਕਰਨ ਲੱਗ ਪਿਆ, ਕੋਈ ਕਤਲ ਕਰ ਦਿੱਤਾ, ਉਹ ਕਰਮ ਪ੍ਰਗਟ ਹੋ ਗਿਆ, ਉਹਨੂੰ ਅਪਰਾਧ ਕਿਹਾ ਜਾਂਦਾ। ਸੋ ਇਸ ਪ੍ਰਕਾਰ ਜਿਹੜੇ ਪਾਪ ਤੇ ਪੁੰਨ ਹਨ ਦੋਵੇਂ, ਇਹ ਬੀਜ ਕੀ ਪੋਟ, ਇਹ ਬੀਜ ਦੀ ਪੋਟਲੀ ਹੈ। ਜਿਵੇਂ ਜਿਵੇਂ ਇਹ ਮਨ 'ਚ ਆਉਂਦੇ ਨੇ ਪਾਪ ਤੇ ਪੁੰਨ, ਤੇ ਫਿਰ ਸਰੀਰਕ ਤੌਰ 'ਤੇ ਕਰਮ ਕਮਾਈ ਦੇ ਨੇ, ਉਹ ਫਿਰ ਸੰਸਕਾਰ ਬਣ ਕੇ ਮਨ ਦੇ ਅੰਦਰ ਵਸ ਜਾਂਦੇ ਨੇ। ਤੇ ਫਿਰ ਜਿਵੇਂ ਜਿਵੇਂ ਅਗਾਂਹ ਜੀਵਨ ਬਤੀਤ ਕਰਦਾ ਜੀਵ, ਅਗਲਾ ਜਨਮ ਧਾਰਨ ਕਰਦਾ, ਉਹ ਸੰਸਕਾਰ ਫਿਰ ਪਾਪਾਂ ਵਾਲੇ ਪਾਸੇ, ਮੰਦ ਕਰਮਾਂ ਵਾਲੇ ਪਾਸੇ ਫਿਰ ਪ੍ਰੇਰਨਾ ਦਿੰਦੇ ਨੇ। ਉਹ ਕਿਰਤ ਬਣ ਕੇ, ਲੇਖ ਬਣ ਕੇ, ਸੰਸਕਾਰ ਬਣ ਕੇ ਅੰਦਰ ਬੈਠ ਜਾਂਦੇ ਨੇ। ਬੀਜ ਹੈ, ਬੀਜ ਉਗਦਾ ਹੈ, ਫਿਰ ਬਰੂਟਾ ਦਰਖਤ ਬਣਦਾ, ਫਿਰ ਉਹਨੂੰ ਫੁੱਲ ਤੇ ਫਲ ਲੱਗਦੇ ਨੇ। ਪਾਪ ਦਾ ਫਲ ਦੁੱਖ ਹੈ ਤੇ ਪੁੰਨ ਦਾ ਫਲ ਸਰੀਰਕ ਸੁੱਖ ਹੈ। ਔਰ ਜਿਹੜਾ ਆਤਮ ਗਿਆਨ ਪ੍ਰਾਪਤ ਹੋਣਾ, ਉਹ ਸਿਮਰਨ ਦਾ ਬੀਜ ਬੀਜਿਆ ਜਾਏ ਤੇ ਫਿਰ ਆਤਮ ਗਿਆਨ ਦੀ ਪ੍ਰਾਪਤੀ ਹੈ। ਹਜ਼ੂਰ ਕਹਿੰਦੇ ਨੇ ਪਾਪ ਪੁੰਨ ਬੀਜ ਕੀ ਪੋਟ, ਇਹ ਬੀਜ ਦੀ ਪੋਟਲੀ ਹੈ ਪਾਪ ਤੇ ਪੁੰਨ। ਕਾਮ, ਕ੍ਰੋਧ, ਜੀ ਮਹਿ ਚੋਟ, ਜਿਹੜੀ ਕਾਮ ਵਾਸ਼ਨਾ ਚਿੱਤ ਦੇ ਅੰਦਰ ਬਗਾਨੇ ਸਰੀਰਾਂ ਨੂੰ ਵੇਖ ਵੇਖ ਕੇ ਤੇ ਲਾਲਸਾ ਉਪਜਣੀ, ਕਾਮਨਾ ਤੋਂ ਅਸਲ ਵਿੱਚ ਕਾਮ ਬਣਿਆ ਹੈ। ਇਹ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਜੀਅਮ ਹੈ ਜਿੰਦ ਦੇ ਅੰਦਰ, ਮਨ ਦੇ ਅੰਦਰ ਅਸਲ ਵਿੱਚ ਕਾਮ ਕ੍ਰੋਧ ਦੀਆਂ ਚੋਟਾਂ ਵੱਜ ਰਹੀਆਂ ਨੇ। ਕਾਮ ਕ੍ਰੋਧ ਦੀ ਚੋਟ ਹੈ ਅੰਦਰ ਸਾਡੇ। ਨਾਮ ਤਾਂ ਦੋ ਦਾ ਹੀ ਲਿਆ, ਪਰ ਇਸ਼ਾਰਾ ਧੁਨੀ ਦਾ ਅਰਥ ਹੈ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ। ਇਹ ਜਿੰਦ ਦੇ ਅੰਦਰ ਚੋਟ ਰੂਪ ਵਿੱਚ, ਸੱਟ ਰੂਪ ਵਿੱਚ, ਜ਼ਖਮ ਰੂਪ ਵਿੱਚ ਸਾਡੇ ਅੰਦਰ ਇਹ ਵਸੇ ਪਏ ਨੇ। ਇਹਨਾਂ ਨੇ ਅੰਦਰ ਜ਼ਖਮ ਕਰ ਦਿੱਤੇ ਨੇ। ਨਾਮ ਵਿਸਾਰ ਚੱਲੇ ਮਨ ਖੋਟ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਵਿਸਾਰ ਦਿੱਤਾ ਨਾ, ਉੱਥੇ ਹੀ ਇਹਨਾਂ ਦਾ ਗਲਬਾ ਹੈ, ਇਹਨਾਂ ਵਿਕਾਰਾਂ ਦਾ। ਤੇ ਜਿਹੜੇ ਲੋਕ ਨਾਮ ਨੂੰ ਵਿਸਾਰ ਕੇ ਚੱਲੇ ਪਰਲੋਕ ਨੂੰ, ਮਨ 'ਚ ਖੋਟ ਲੈ ਕੇ ਚੱਲੇ। ਮਨ ਵਿੱਚ ਇਹਨਾਂ ਵਿਕਾਰਾਂ ਦੀ ਖੋਟ ਹੈ। ਵਿਕਾਰਾਂ ਕਰਕੇ ਅੰਦਰ ਖੋਟ ਹੈ ਨਾ, ਮਨ ਖੋਟਾ ਹੋ ਜਾਂਦਾ। ਮਨ 'ਚ ਖੋਟ ਵਸੀ ਹੋਈ ਲੈ ਕੇ ਅੱਗੇ ਪਰਲੋਕ ਨੂੰ ਗਏ। ਸਾਚੇ ਗੁਰ ਕੀ ਸਾਚੀ ਸੀਖ, ਜੋ ਸੱਚੇ ਸਤਿਗੁਰੂ ਸਾਹਿਬ ਹਨ, ਉਹਨਾਂ ਦੀ ਜੋ ਸਿੱਖਿਆ ਹੈ ਉਹ ਵੀ ਬਿਲਕੁਲ ਸੱਚੀ ਹੈ। ਸੱਚ ਸਰੂਪ ਪਰਮੇਸ਼ਰ ਦੇ ਨਾਮ ਦੀ ਵਡਿਆਈ ਦੀ ਹੀ ਸਿੱਖਿਆ ਦਿੱਤੀ ਹੈ ਹਜ਼ੂਰ ਨੇ। ਸੱਚ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਆਪ ਵੀ ਸੱਚ ਦੇ ਧਾਰਨੀ ਹਨ। ਤਨ ਮਨ ਸੀਤਲ ਸਾਚ ਪ੍ਰੀਖ, ਜਦੋਂ ਇਸ ਸੱਚ ਦੀ ਪ੍ਰੀਖਿਆ ਪਛਾਣ ਹੋ ਗਈ, ਸੱਚ ਨੂੰ ਪਰਖ ਲਿਆ, ਸੱਚਾ ਨਾਮ ਹੀ ਹੈ, ਹੋਰ ਤਾਂ ਸਭ ਕੁਝ ਝੂਠਾ ਹੈ, ਸਮਝ ਆ ਗਈ ਵੀ ਬਾਕੀ ਸਾਰਾ ਕੁਝ ਝੂਠ ਹੈ। ਨਾਨਕ ਵਖਾਣੈ ਬੇਨਤੀ ਤੁਧ ਬਾਝ ਕੂੜੋ ਕੂੜ, ਸੋ ਸੱਚ ਤਾਂ ਪਰ ਜਾਣੀਐ ਜਰ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਤੋਏ। ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਸੀਐ ਤਾਂ ਪਾਏ ਮੋਖ ਦੁਆਰ। ਸੋ ਇਸ ਸੱਚ ਦੀ ਪ੍ਰੀਖ ਭਾਵ ਪਛਾਣ ਹੋਈ ਤਾਂ ਤਨ ਵੀ ਸੀਤਲ ਹੋ ਗਿਆ ਤੇ ਮਨ ਵੀ ਸੀਤਲ ਹੋ ਗਿਆ। ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ, ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਤਨ ਵੀ ਠੰਡਾ ਠਾਰ ਭਾਵ ਸ਼ਾਂਤੀ ਆਈ ਹੈ, ਤੇ ਕਿਉਂਕਿ ਮਨ ਠੰਡਾ ਹੈ, ਮਨ ਅੰਦਰ ਸ਼ਾਂਤੀ ਆਈ ਹੈ। ਜਲ ਪੁਰਾਇਨ ਰਸ ਕਮਲ ਪ੍ਰੀਖ, ਫਿਰ ਸਵਾਲ ਉੱਠਿਆ ਜੀ, ਜਿਹੜੇ ਉਹ ਗੁਰਮੁਖ ਨੇ, ਸੱਚ ਦੀ ਪਰਖ ਕਰਨ ਵਾਲੇ, ਸੱਚ ਦੇ ਧਾਰਨੀ, ਸੱਚ ਨੂੰ ਪਛਾਣਨ ਵਾਲੇ, ਉਹਨਾਂ ਦਾ ਤਨ ਮਨ ਤੇ ਤੁਸੀਂ ਦੱਸਿਆ ਸੀਤਲ ਹੋ ਗਿਆ। ਉਹ ਸੰਸਾਰ ਦੇ ਵਿੱਚ ਕੀ ਲਿਬੜਦੇ ਨਹੀਂ? ਉਹ ਸੰਸਾਰ ਵਿੱਚ ਫਿਰ ਕਿਵੇਂ ਰਹਿੰਦੇ ਹਨ? ਸੰਸਾਰ ਵਿੱਚ ਮੋਹ ਮਮਤਾ ਹੈ, ਮਾਇਆ ਵੀ ਚਾਹੀਦੀ ਹੈ, ਧੀਆਂ ਪੁੱਤਰ ਵੀ ਹੁੰਦੇ ਨੇ, ਸੰਬੰਧੀ ਹੁੰਦੇ ਨੇ, ਉਹ ਕਿੰਝ ਰਹਿੰਦੇ ਨੇ ਜੀ? ਤਾਂ ਹਜ਼ੂਰ ਕਹਿੰਦੇ ਨੇ ਜਲ ਪੁਰਾਇਨ ਰਸ ਕਮਲ ਪ੍ਰੀਖ, ਇਹ ਪ੍ਰੀਖਿਆ ਉਹਨਾਂ ਕਰ ਲਈ ਹੈ।
ਇਹ ਉਹਨਾਂ ਦੀ ਪ੍ਰੀਖਿਆ ਹੈ ਕਿ ਉਹ ਜਲ ਦੇ ਵਿੱਚ ਜਿਵੇਂ ਪੁਰਾਣ ਜੈਸੇ ਜਲ ਸਮੀਪ ਰਹਿ ਪੁਰਾਣ ਪਾਤ ਪੁਰਾਣ ਪੱਤ ਇੱਕ ਚੁਪੱਤੀ ਬੂਟੀ ਹੁੰਦੀ ਹੈ ਪਾਣੀ ਦੇ ਵਿੱਚ ਉਗਣ ਵਾਲੀ, ਉਹਦੀ ਇੱਕ ਇੱਕ ਟਾਹਣੀ ਨੂੰ 4-4 ਪੱਤੇ ਹੁੰਦੇ ਨੇ, ਉਹਨੂੰ ਪੁਰਾਣ ਕਿਹਾ ਜਾਂਦਾ ਹੈ ਜਾਂ ਚੁਪੱਤੀ ਕਿਹਾ ਜਾਂਦਾ ਹੈ। ਜਿਵੇਂ ਜਲ ਦੇ ਉੱਪਰ ਜਿਹੜੀ ਚੁਪੱਤੀ ਹੈ ਉੱਪਰ ਹੁੰਦੀ ਹੈ, ਇਸੇ ਤਰ੍ਹਾਂ ਰਸ ਕਮਲ ਪਰੀਖ, ਰਸ ਦਾ ਅਰਥ ਵੀ ਪਾਣੀ ਹੈ। ਜਿਹੜਾ ਕਮਲ ਫੁੱਲ ਹੈ ਉਹ ਪਾਣੀ ਵਿੱਚ ਉਗਿਆ ਹੋਇਆ, ਨਾਲ ਉਹਦੀ ਪਾਣੀ ਵਿੱਚ ਹੈ ਅਤੇ ਉਹਦਾ ਫੁੱਲ ਜਿਹੜਾ ਉੱਪਰ ਕਮਲ ਦਾ ਉੱਪਰ ਹੈ। ਅਤੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਜੈਸੇ ਪ੍ਰੈਨ ਪਾਤ ਰਹਿ ਜਲ ਸਮੀਤ ਭਨ ਰਵਿਦਾਸ ਜਨਮੇ ਜਗ ਹੋਏ। ਸੋ ਇਸ ਪ੍ਰਕਾਰ ਜਿਵੇਂ ਚੁਪੱਤੀ ਅਤੇ ਜਿਵੇਂ ਕਮਲ ਫੁੱਲ ਹੈ, ਇਸ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਹੈ। ਗੁਰਮੁਖ ਪਿਆਰਿਆਂ ਨੇ ਉਹ ਸੰਸਾਰ ਦੇ ਵਿਕਾਰਾਂ ਵਿੱਚ, ਪਾਪਾਂ ਵਿੱਚ, ਮੰਦ ਕਰਮਾਂ ਵਿੱਚ, ਮੋਹ ਮਮਤਾ ਤ੍ਰਿਸ਼ਨਾ ਦੇ ਜਾਲ ਵਿੱਚ ਉਹ ਲਿਬੜਦੇ ਨਹੀਂ, ਨਿਰਲੇਪ ਰਹਿੰਦੇ ਹਨ। ਸ਼ਬਦ ਰਤੇ ਮੀਠੇ ਰਸ ਈਖ, ਵਾਹਿਗੁਰੂ ਦੇ ਨਾਮ ਵਿੱਚ, ਸ਼ਬਦ ਬ੍ਰਹਮ ਵਿੱਚ, ਸ਼ਬਦ ਗੁਰਾਂ ਦੇ ਉਪਦੇਸ਼ ਵਿੱਚ, ਉਪਦੇਸ਼ ਦੁਆਰਾ ਵਾਹਿਗੁਰੂ ਪਰਮਾਤਮਾ ਦੇ ਨਾਮ ਰਸ ਵਿੱਚ ਰਤੇ ਹੋਏ ਉਹ ਮਨ ਬਾਣੀ ਸਰੀਰ ਕਰਕੇ ਬਹੁਤ ਮਿੱਠੇ ਹੋ ਜਾਂਦੇ ਨੇ। ਜਿਵੇਂ ਈਖ ਨਾਮ ਹੈ ਗੰਨੇ ਦਾ, ਜਿਵੇਂ ਗੰਨੇ ਦਾ ਰਸ ਮਿੱਠਾ ਨਾ, ਇਹ ਇੱਕ ਅੰਗੀ ਦ੍ਰਿਸ਼ਟਾਂਤ ਹੈ। ਵੈਸੇ ਉਹਨਾਂ ਪਿਆਰਿਆਂ ਦੀ ਬਰਾਬਰਤਾ, ਉਹਨਾਂ ਦੇ ਅੰਦਰ ਜਿਹੜੀ ਮਿਠਾਸ ਹੈ ਉਹਦੀ ਬਰਾਬਰਤਾ ਗੰਨਾ ਜਾਂ ਹੋਰ ਕੋਈ ਮਿਠਾਸ ਵਾਲੀ ਚੀਜ਼ ਨਹੀਂ ਕਰ ਸਕਦੀ। ਉਹ ਰੱਬ ਦੇ ਗੁਣ ਗਾਉਂਦੇ ਹੋਏ ਏਡੇ ਮਿੱਠ ਰਸ ਨਾਲ ਭਰ ਜਾਂਦੇ ਨੇ। ਉਹਨਾਂ ਦੇ ਬੋਲਾਂ ਵਿੱਚ ਬੜੀ ਮਿਠਾਸ ਆ। ਜਿਵੇਂ ਫਰਿੱਜ ਨੇ ਕਿਹਾ, ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਈ ਵਹਨ, ਜੋ ਜੋ ਵੰਝਾਂ ਡੀਹੜਾ ਸੋਮਰ ਹੱਥ ਪਵਨ। ਰੱਬ ਦੇ ਜਿਹੜੇ ਸੰਤ ਨੇ ਨਾ, ਇਹ ਰੱਬ ਦੀਆਂ ਖਜੂਰਾਂ ਪੱਕੀਆਂ ਹੋਈਆਂ। ਜਦੋਂ ਉਹ ਬਚਨ ਬੋਲਦੇ ਨੇ ਮਾਨੋ ਸ਼ਹਿਦ ਦੀਆਂ ਨਦੀਆਂ ਵਗ ਤੁਰਦੀਆਂ। ਜਿਹੜਾ ਜਿਹੜਾ ਡੀਹੜਾ ਦਿਨ ਗੁਜ਼ਰਦਾ ਉਹਨਾਂ ਦੀ ਸੋਹਬਤ ਵਿੱਚ, ਉਹ ਉਮਰ ਨੂੰ ਆਪ ਦੇ ਹੱਥ ਪੈ ਜਾਂਦੇ ਹਨ, ਭਾਵ ਕਬਜ਼ੇ ਕਰ ਲਈਦੀ ਹੈ। ਉਹ ਉਮਰ ਸਫਲੀ ਹੋ ਜਾਂਦੀ ਹੈ ਜੋ ਰੱਬ ਦੇ ਸੰਤ ਦੀ ਸੰਗਤ ਵਿੱਚ ਬਤੀਤ ਹੋਏ। ਸ਼ਬਦ ਵਿੱਚ ਰਤੇ ਹੋਏ ਗੁਰਮੁਖ ਪਿਆਰੇ ਮਨ ਤਨ ਬਾਣੀ ਕਰਕੇ ਬਹੁਤ ਮਿੱਠੇ ਹੋ ਜਾਂਦੇ ਨੇ। ਜਿਵੇਂ ਈਖ ਗੰਨੇ ਦੇ ਵਿੱਚ, ਕਮਾਦ ਦੇ ਵਿੱਚ ਰਸ ਹੈ। ਹੁਕਮ ਸੰਜੋਗੀ ਗੜ 10 ਦੁਆਰ, ਵਾਹਿਗੁਰੂ ਦੇ ਹੁਕਮ ਦੇ ਸੰਜੋਗ ਦੁਆਰਾ, ਹੁਕਮ ਦੁਆਰਾ, ਹੁਕਮ ਦੇ ਮਿਲਾਪ ਦੁਆਰਾ, ਵਾਹਿਗੁਰੂ ਜੋ ਹੁਕਮੀ ਹੈ ਉਸ ਦੇ ਹੁਕਮ ਦੁਆਰਾ ਐਸਾ ਸੰਜੋਗ ਬਣਿਆ ਗੁਰਮੁਖਾਂ ਦਾ ਕਿ ਗੜ 10 ਦੁਆਰ, ਇਹ ਜਿਹੜਾ 10 ਦੁਆਰਿਆਂ 10 ਦਰਵਾਜ਼ਿਆਂ ਵਾਲਾ ਗੜ ਕਿਲ੍ਹਾ ਹੈ, ਇਹਦੇ ਵਿੱਚ ਆਏ। ਸੋ ਹੁਕਮ ਦੁਆਰਾ ਇਸ ਗੜ ਕਿਲ੍ਹੇ ਅੰਦਰ ਇਹ 5 ਤੱਤਾਂ ਦਾ ਜਿਹੜਾ ਸਰੀਰ ਹੈ 10 ਦਰਵਾਜ਼ਿਆਂ ਵਾਲਾ, ਇਹ ਵਾਹਿਗੁਰੂ ਦੇ ਹੁਕਮ ਦੀ ਸੰਯੋਗ ਸੱਤਾ ਰਾਹੀਂ ਹੀ ਸਾਨੂੰ ਦੇਈ ਮਿਲੀ ਹੈ। ਅਤੇ ਅਸੀਂ ਵਸਦੇ ਹਾਂ ਕਾਮ ਕ੍ਰੋਧ ਮੋਹ ਲੋਭ ਹੰਕਾਰ ਦੇ ਨਾਲ। ਪੰਚ ਬਟਵਾਰੇ ਸੇ ਮੀਤ ਕਰ ਮਨ ਹੈ। ਇਸ ਦੇਹ ਦੇ ਅੰਦਰ ਜਿੱਥੇ ਪ੍ਰਮਾਤਮਾ ਦੀ ਜੋਤ ਹੈ ਉੱਥੇ ਇਹ ਕਾਮ ਕ੍ਰੋਧ ਮੋਹ ਲੋਭ ਹੰਕਾਰ ਵੀ ਵਸਦੇ ਨੇ। ਆਸਾ ਤ੍ਰਿਸ਼ਨਾ ਸਾਰਾ ਕੁਝ ਇਹ ਇਸ ਦੇਹ ਅੰਦਰ ਹੀ ਵਸ ਰਿਹਾ। ਅਤੇ ਰੱਬ ਦੇ ਪਿਆਰੇ ਪੰਚ ਵਸਹਿ ਮਿਲ ਜੋਤ ਅਪਾਰ, ਜਿਹੜਾ ਅਪਾਰ ਬੇਅੰਤ ਪਰਮੇਸ਼ਰ ਹੈ ਨਾ, ਜੋਤੀ ਸਰੂਪ, ਉਹਦੇ ਨਾਲ, ਉਸ ਜੋਤੀ ਨਾਲ ਮਿਲ ਕੇ ਉਹ ਵਸਦੇ ਨੇ ਇਸ ਦੇਹ ਅੰਦਰ। ਇਸ ਗੜ ਕਿਲ੍ਹੇ ਦੇ ਅੰਦਰ ਵਸਦੇ ਹਨ। ਸਖੀ ਨਾਲ ਵਸਾਂ ਆਪਣੇ ਨਾਲ ਪਿਆਰੇ, ਮੇਰਾ ਮਨ ਤਨ ਹਰ ਸੰਗ ਹਿੱਲਿਆ। ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਨੜਾ ਫਿਰ ਮਿਲਿਆ। ਵਸਦੇ ਉਹ ਵੀ ਦੇਹ ਦੇ ਵਿੱਚ ਹੀ ਨੇ, ਇਸ ਗੜ ਕਿਲ੍ਹੇ ਦੇ ਅੰਦਰ ਹੀ ਸਾਡੇ ਵਾਂਗ। ਪਰ ਉਹ ਚੋਰਾਂ ਤੋਂ, ਵਿਕਾਰਾਂ ਤੋਂ, ਇਹਨਾਂ ਪਾਪਾਂ ਤੋਂ ਨਿਰਲੇਪ ਹੋ ਗਏ, ਪਰੇ ਹੋ ਗਏ, ਕਿਉਂਕਿ ਜੋਤੀ ਸਰੂਪ ਜੋ ਅਪਾਰ ਬੇਅੰਤ ਹੈ ਉਸ ਪਰਮਾਤਮਾ ਨੂੰ ਮਿਲ ਕੇ ਵਸਦੇ ਨੇ। ਆਪ ਤੁੱਲੈ ਆਪੇ ਵਣਜਾਰ, ਉਹ ਜਿਹੜੇ ਪੰਜ ਸੰਤ ਨੇ ਨਾ, ਪੰਚ ਦਾ ਅਰਥ ਸੰਤ ਸ੍ਰੇਸ਼ਟ ਜਨ, ਉਹਨਾਂ ਨੂੰ ਸੰਤ ਕਿਹਾ ਜਾਂਦਾ, ਉਹਨਾਂ ਨੂੰ ਪੰਚ ਕਿਹਾ ਜਾਂਦਾ। ਸਭ ਤੋਂ ਪ੍ਰਧਾਨ ਨੇ ਸੰਸਾਰ ਵਿੱਚ, ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ। ਰਾਜੇ ਮਹਾਰਾਜੇ ਵੀ ਉਹਨਾਂ ਦੇ ਬਰਾਬਰ ਕੁਛ ਨਹੀਂ ਹੈ, ਸਭ ਤੁੱਛ ਨੇ। ਉਹ ਫਿਰ ਇਸ ਅਵਸਥਾ 'ਚ ਪਹੁੰਚ ਜਾਂਦਾ ਗੁਰਮੁਖ ਕੇ ਆਪ ਤੁੱਲੈ ਆਪੇ ਵਣਜਾਰ, ਆਪ ਹੀ ਪਰਮਾਤਮਾ ਸੌਦਾ ਸੂਤ ਰੂਪ ਹੋ ਕੇ ਤੁਲਦਾ ਪਿਆ ਹੈ।
ਕਿਉਂਕਿ ਤਨ ਮਨ ਧਨ ਅਰਪਣ ਕਰਕੇ ਉਹਨਾਂ ਨੇ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਨਾ। ਆਪ ਹੀ ਤੁਲਦਾ ਪਿਆ ਤਕੜੀ ਵਿੱਚ, ਅਤੇ ਆਪ ਹੀ ਸੌਦਾ ਕਰਨ ਵਾਲਾ, ਸੌਦਾ ਖਰੀਦਣ ਵਾਲਾ ਵਣਜਾਰਾ ਭਾਵ ਭਗਤ ਹੈ। ਭਗਤ ਵਣਜਾਰੇ ਨੇ ਨਾ, ਜਿਵੇਂ ਬਚਨਾ ਵਣਜਾਰੇ ਸਿੱਖ ਆਵੰਦੇ ਸ਼ਬਦ ਲੰਘਾਵਣ ਹਾਰ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ। ਉਹ ਵਪਾਰੀਏ, ਉਹ ਵਣਜਾਰੇ ਗੁਰਮੁਖ ਪਿਆਰੇ ਜੋ ਹਨ, ਉਸ ਰੂਪ ਵਿੱਚ ਵੀ ਪਰਮੇਸ਼ਰ ਆਪ ਹੀ ਹੈ। ਕਹਿੰਦੇ ਆਪ ਹੀ ਭਗਤ ਹੈ, ਆਪ ਹੀ ਤੁਲਦਾ ਪਿਆ। ਨਾਨਕ ਨਾਮ ਸਵਾਰਨ ਹਾਰ, ਔਰ ਨਾਮ ਦੁਆਰਾ, ਨਾਮ 'ਚ ਜੋੜ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਉਹ ਆਪ ਸਵਾਰਨ ਵਾਲਾ। ਆਪਣੇ ਨਾਮ ਦੀ ਦਾਤ ਦੇ ਕੇ ਨਾਮ ਦੁਆਰਾ ਸਾਰਿਆਂ ਨੂੰ ਸਵਾਰਨ ਵਾਲਾ ਪਰਮੇਸ਼ਰ ਆਪ ਹੀ ਆ। ਉਹਦੇ ਹੀ ਸਵਾਰੇ ਹੋਏ ਨੇ ਉਹ ਜਿਹੜੇ ਸੰਤ ਨੇ। ਗੌੜੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਅਗਲਾ ਸ਼ਬਦ ਉਚਾਰਦੇ ਨੇ, ਜਾਤੋ ਜਾਏ ਕਾਹਾਂ ਤੇ ਆਵੈ। ਦੋ ਤਰ੍ਹਾਂ ਨਾਲ ਅਰਥ ਕੀਤਾ ਇਸ ਸ਼ਬਦ ਦਾ ਵਿਦਵਾਨਾਂ ਨੇ ਹੁਣ ਤੱਕ। ਜਾਤੋ ਜਾਏ ਦਾ ਮਤਲਬ ਹੈ ਕਿੰਜ ਸਮਝਿਆ ਜਾਏ, ਕਿੰਜ ਜਾਤੋ ਮੈਨੇ ਜਾਣਿਆ ਜਾਏ। ਤੇਰਾ ਕੀਤਾ ਜਾਤੋ ਨਾ, ਤੇਰਾ ਕੀਤਾ ਮੈਂ ਜਾਣਿਆ ਨਹੀਂ। ਇੱਥੇ ਵੀ ਅਰਥ ਜਾਤੋ ਜਾਏ, ਕਿਵੇਂ ਜਾਣਿਆ ਜਾਏ, ਕਿਵੇਂ ਸਮਝਿਆ ਜਾਏ ਕਿ ਕਹਾਂ ਤੇ ਆਵੇ। ਇਹ ਜੀਵ ਕਿੱਥੋਂ ਆਉਂਦਾ, ਭਾਵ ਆਤਮਾ ਜਿਹੜੀ ਸਾਡੀ ਰੂਹ ਇਹ ਕਿੱਥੋਂ ਆਉਂਦੀ ਹੈ। ਅਤੇ ਦੂਸਰਾ ਆਉਣ ਦਾ ਅਰਥ ਕੀਤਾ ਵੀ ਜਿਹੜੀ ਕਾਮਨਾ ਹੈ, ਜਿਹੜੀ ਵਾਸ਼ਨਾ ਸਾਡੇ ਅੰਦਰ ਹੈ, ਜਿਸ ਵਾਸ਼ਨਾ 'ਚ ਬੱਧਾ ਹੋਇਆ ਜੀਵ ਜੰਮਣ ਮਰਨ ਦੇ ਚੱਕਰ 'ਚ ਪਿਆ ਰਹਿੰਦਾ, ਇਹ ਵਾਸ਼ਨਾ ਆਉਂਦੀ ਕਿੱਥੋਂ ਹੈ ਜੀ, ਇਹ ਕਾਮਨਾ ਕਿੱਥੋਂ ਆਉਂਦੀ ਹੈ। ਦੋਵੇਂ ਅਰਥ ਸਮਝਣੇ। ਇਹ ਜੀਵ ਕਿੱਥੋਂ ਆਉਂਦਾ ਹੈ, ਇਹ ਵਾਸ਼ਨਾ ਕਿੱਥੋਂ ਆਉਂਦੀ ਹੈ। ਕਹਿ ਉਪਜੈ ਕਹਿ ਜਾਏ ਸਮਾਵੈ। ਇਹ ਵਾਸ਼ਨਾ ਕਿੱਥੋਂ ਉਪਜਦੀ ਹੈ, ਅਥਵਾ ਇਹ ਜੀਵ ਕਿੱਥੋਂ ਪੈਦਾ ਹੁੰਦਾ ਹੈ। ਕਹਿ ਜਾਏ ਸਮਾਵੈ, ਅਤੇ ਕਿੱਥੇ ਜਾ ਕੇ ਫਿਰ ਇਹ ਸਰੀਰ ਤਿਆਗਣ ਤੋਂ ਬਾਅਦ, ਸਰੀਰ ਦੇ ਮਰ ਜਾਣ ਤੋਂ ਬਾਅਦ ਇਹ ਕਿੱਥੇ ਜਾ ਕੇ ਸਮਾਉਂਦਾ ਹੈ। ਉਹ ਵਾਸ਼ਨਾ ਵੀ ਫਿਰ ਕਿੱਥੇ ਜਾ ਸਮਾਉਂਦੀ ਹੈ ਜੀ। ਕਿਉਂ ਬਾਧਿਓ ਕਿਉਂ ਮੁਕਤੀ ਪਾਵੈ। ਇਹ ਜੀਵ ਕਿਸ ਤਰ੍ਹਾਂ ਇਸ ਵਾਸ਼ਨਾ ਦੇ ਵਿੱਚ ਬੰਨ੍ਹਿਆ ਜਾਂਦਾ, ਅਤੇ ਕਿਸ ਢੰਗ ਦੇ ਨਾਲ ਇਹ ਮੁਕਤੀ, ਬੰਦ ਖਲਾਸੀ, ਛੁਟਕਾਰਾ, ਸੁਤੰਤਰਤਾ, ਆਜ਼ਾਦੀ ਇਹ ਕਿਵੇਂ ਪ੍ਰਾਪਤ ਕਰਦਾ। ਕਿਉਂ ਅਬਿਨਾਸੀ ਸਹਿਜ ਸਮਾਵੈ। ਅਤੇ ਕਿਸ ਤਰ੍ਹਾਂ ਜਿਹੜਾ ਅਬਿਨਾਸੀ ਅਟਲ ਸਥਾਨ ਹੈ ਨਾ, ਅਬਿਨਾਸੀ ਅਤੇ ਅਟਲ ਅਵਸਥਾ ਰੂਪ ਸਥਾਨ, ਉਸ ਸਹਿਜ ਗਿਆਨ ਵਿੱਚ, ਅਡੋਲਤਾ ਵਿੱਚ ਇਹ ਕਿਵੇਂ ਸਮਾਉਂਦਾ ਹੈ। ਉਹ ਅਬਿਨਾਸੀ ਹੈ ਨਾ, ਨਾਸ ਤੋਂ ਰਹਿਤ, ਉਹ ਅਡੋਲਤਾ ਵਾਲੀ ਅਵਸਥਾ ਹੈ ਬ੍ਰਹਮ ਗਿਆਨ, ਉੱਥੇ ਕਿਵੇਂ ਸਮਾ ਸਕਦਾ। ਹਜ਼ੂਰ ਦੱਸ ਰਹੇ ਨੇ, ਨਾਮ ਹਿਰਦੈ ਅੰਮ੍ਰਿਤ ਮੁਖ ਨਾਮ। ਜਿਸ ਦੇ ਹਿਰਦੇ ਅੰਦਰ ਵੀ ਨਾਮ ਹੈ ਅਤੇ ਜਿਸ ਦੇ ਮੁਖ ਵਿੱਚ ਵੀ ਅੰਮ੍ਰਿਤ, ਆਤਮਿਕ ਮੌਤ ਤੋਂ ਰਹਿਤ ਕਰਨ ਵਾਲਾ, ਆਤਮਿਕ ਜੀਵਨ ਦੇਣ ਵਾਲਾ, ਸਭ ਤੋਂ ਮਹਾਨ ਮਿੱਠਾ ਵਾਹਿਗੁਰੂ ਦਾ ਨਾਮ ਜਿਹਦੇ ਮੁਖ ਵਿੱਚ ਵੀ ਹੈ, ਹਿਰਦੇ ਵਿੱਚ ਵੀ ਹੈ। ਸੋ ਸਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਹਿਰਦੇ ਵਿੱਚ ਵੀ ਨਾਮ ਵਸਿਆ ਹੋਇਆ ਅਤੇ ਇਸ ਅੰਮ੍ਰਿਤ ਨਾਮ ਦਾ ਮੁਖ ਤੋਂ ਵੀ ਉਚਾਰਨ ਹੋ ਰਿਹਾ। ਨਰਹਰ ਨਾਮ ਨਰਹਰ ਨੇ ਕਾਮ। ਫਿਰ ਕੀ ਮਿਲਿਆ ਜੀ, ਜਿਸ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਦਾ ਨਾਮ ਹੈ ਨਾ, ਨਰਹਰ ਨਿਹਕਾਮ, ਉਹ ਨਰਾਂ ਨੂੰ ਹਰੇ ਭਰੇ ਕਰਨ ਵਾਲਾ ਆਪ ਨਿਸ਼ਕਾਮ ਹੈ। ਵੱਡਾ ਦਾਤਾ ਤਿਲ ਨਾ ਤਮਾਏ। ਤਿਲ ਜਿੰਨੀ ਵੀ ਤਮਾ ਨਹੀਂ, ਜੀਆਂ ਦੇ ਕੋਲੋਂ ਕੁਛ ਲੈਣ ਦੀ ਕਾਮਨਾ ਥੋੜ੍ਹੀ ਹੈ, ਕਿਉਂਕਿ ਉਹ ਤਾਂ ਤ੍ਰਿਪਤ ਰੂਪ ਹੈ ਵਾਹਿਗੁਰੂ, ਅਤੇ ਸਭ ਕੁਝ ਉਹਦਾ ਪੈਦਾ ਕੀਤਾ ਹੋਇਆ, ਅਤੇ ਉਹਨੇ ਜੀਆਂ ਤੋਂ ਕੀ ਲੈਣਾ ਮੰਗਣਾ। ਕਾਮਨਾ ਉਹਨੂੰ ਕਿਵੇਂ ਹੋ ਸਕਦੀ ਹੈ। ਇਸ ਕਰਕੇ ਜਿਹਦੇ ਹਿਰਦੇ 'ਚ ਵੀ ਨਾਮ ਹੈ, ਹਿਰਦੈ ਰਾਮ ਮੁਖ ਰਾਮੈ ਹੋਏ, ਮੁਖ ਵਿੱਚ ਵੀ ਅੰਮ੍ਰਿਤ ਨਾਮ ਹੈ, ਉਹ ਨਰਹਰ। ਇੱਕ ਨਰਹਰ ਦਾ ਅਰਥ ਹੈ ਨਰਾਂ ਨੂੰ ਹਰੇ ਭਰੇ ਕਰਨ ਵਾਲਾ, ਇੱਕ ਨਰਹਰ ਦਾ ਅਰਥ ਹਰਨਾਮ ਸ਼ੇਰ ਦਾ। ਨਰ ਮਨੁੱਖ ਅਤੇ ਅੱਧਾ ਸਿੰਘ ਸ਼ੇਰ ਦਾ ਰੂਪ, ਜਿਹੜਾ ਨਰ ਸਿੰਘ ਰੂਪ ਧਾਰਿਆ ਸੀ ਪ੍ਰਹਿਲਾਦ ਦੀ ਰੱਖਿਆ ਵੇਲੇ, ਇਸ ਕਰਕੇ ਵਾਹਿਗੁਰੂ ਦਾ ਇਹ ਨਾਮ ਪੈ ਗਿਆ ਨਰਹਰ। ਉਹ ਜਿਹੜਾ ਨਰਸਿੰਘ ਰੂਪ ਹੈ ਨਾ ਪਰਮੇਸ਼ਰ, ਉਹਦਾ ਨਾਮ ਜਿਹਦੇ ਹਿਰਦੇ 'ਚ ਹੈ ਉਹ ਨਰਹਰ ਨਿਹਕਾਮ। ਜਿਹੜਾ ਨਰਸਿੰਘ ਰੂਪ ਨਿਸ਼ਕਾਮੀ ਪਰਮਾਤਮਾ ਹੈ, ਕਾਮਨਾ ਤੋਂ ਰਹਿਤ, ਉਹ ਸੰਤ ਵੀ, ਉਹ ਗੁਰਮੁਖ ਵੀ, ਜਿਹਦੇ ਹਿਰਦੇ ਅਤੇ ਮੁਖ ਵਿੱਚ ਵਾਹਿਗੁਰੂ ਦਾ ਨਾਮ ਟਿਕਿਆ ਹੋਇਆ, ਉਹ ਵੀ ਨਿਸ਼ਕਾਮ ਹੋ ਗਿਆ। ਉਹਨੂੰ ਵੀ ਕੋਈ ਕਾਮਨਾ ਨਹੀਂ ਰਹਿ ਜਾਂਦੀ। ਇਸ ਤਰ੍ਹਾਂ ਕਾਮਨਾ ਖਤਮ ਹੋ ਜਾਂਦੀ ਹੈ। ਰਹਾਉ ਸਹਿਜੇ ਆਵੈ ਸਹਿਜੇ ਜਾਏ।
ਇਹ ਵਾਸ਼ਨਾ ਵੀ ਪਰਮਾਤਮਾ ਦਾ ਜਿਹੜਾ ਕੁਦਰਤੀ ਨਿਯਮ ਹੈ ਉਹਦੇ ਅਨੁਸਾਰ ਆਉਂਦੀ ਹੈ ਅਤੇ ਪਰਮਾਤਮਾ ਦੇ ਨਿਯਮ ਅਨੁਸਾਰ ਹੀ ਇਹ ਜਾਂਦੀ ਹੈ। ਮਨ ਤੇ ਉਪਜੈ ਮਨ ਮਾਹੇ ਸਮਾਏ। ਇਹ ਮਨ ਵਿੱਚੋਂ ਹੀ ਉਪਜਦੀ ਹੈ ਵਾਸ਼ਨਾ ਜਾਂ ਕਾਮਨਾ, ਅਤੇ ਫਿਰ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਮਨ ਗੁਰਾਂ ਦੇ ਚਰਨਾਂ ਨਾਲ ਜੁੜ ਜਾਂਦਾ ਅਤੇ ਮਨ ਵਿੱਚ ਹੀ ਲੀਨ ਹੋ ਜਾਂਦੀ ਹੈ। ਮਨ ਮਾਹੇ ਸਮਾਏ ਖਤਮ ਹੋ ਜਾਂਦੀ ਹੈ, ਮਨ ਵਿੱਚ ਹੀ ਉੱਥੇ ਸਮਾਪਤ ਹੋ ਜਾਂਦੀ ਹੈ। ਫਿਰ ਸਹਿਜੇ ਸੁਤੇ ਸਿੱਧ ਪਰਮਾਤਮਾ ਦੀ ਆਗਿਆ ਵਿੱਚ ਹੀ ਜੀਵ ਆਉਂਦਾ ਹੈ ਅਤੇ ਸਹਿਜੇ ਹੀ ਹੁਕਮ ਅੰਦਰ ਹੀ ਚਲਾ ਜਾਂਦਾ ਅਤੇ ਮਨ ਦੀਆਂ ਵਾਸ਼ਨਾ ਕਰਕੇ ਇਹ ਉਪਜਦਾ ਸਰੀਰ ਧਾਰਦਾ ਹੈ। ਅਤੇ ਮਨ ਜਦੋਂ ਗੁਰਾਂ ਦੇ ਚਰਨਾਂ ਨਾਲ ਜੁੜ ਜਾਂਦਾ, ਮਨ 'ਚ ਗੁਰਮੁਖਤਾ ਹੀ ਆ ਜਾਂਦੀ ਹੈ ਅਤੇ ਫਿਰ ਇਹ ਵਾਹਿਗੁਰੂ ਵਿੱਚ ਹੀ ਸਮਾ ਜਾਂਦਾ। ਮਨ ਨਾਮ ਸ਼੍ਰੋਮਣੀ ਪਰਮੇਸ਼ਰ ਦਾ ਵੀ ਉਸ ਪਰਮਾਤਮਾ ਅੰਦਰ ਹੀ ਸਮਾ ਜਾਂਦਾ ਹੈ। ਗੁਰਮੁਖ ਮੁਕਤੋ ਬੰਧ ਨਾ ਪਾਏ। ਜੋ ਗੁਰਾਂ ਦੇ ਅਨੁਸਾਰੀ ਹੋ ਕੇ ਚੱਲਦਾ ਨਾ, ਗੁਰਾਂ ਦੇ ਸਨਮੁਖ ਹੋ ਜਾਂਦਾ, ਉਹ ਮੁਕਤ ਬੰਦ ਖਲਾਸ ਹੋ ਜਾਂਦਾ, ਛੁਟਕਾਰਾ ਹੋ ਜਾਂਦਾ, ਮੁਕਤ ਸਰੂਪ ਹੋ ਜਾਂਦਾ, ਸੁਤੰਤਰ ਹੋ ਜਾਂਦਾ ਹੈ। ਬੰਧ ਨਾ ਪਾਏ, ਉਹਨੂੰ ਬੰਧਨ ਨਹੀਂ ਪੈ ਸਕਦੇ, ਉਹਨੂੰ ਕਿਸੇ ਤਰ੍ਹਾਂ ਦਾ ਬੰਨ ਨਹੀਂ ਪਾਇਆ ਜਾ ਸਕਦਾ, ਉਹਨੂੰ ਕੋਈ ਬੰਨ ਨਹੀਂ ਸਕਦਾ, ਉਹਨੂੰ ਕੋਈ ਜਕੜ ਨਹੀਂ ਸਕਦਾ। ਸ਼ਬਦ ਵਿਚਾਰ ਛੁਟੈ ਹਰਿ ਨਾਏ। ਜਿਹੜਾ ਸਤਿਗੁਰਾਂ ਦਾ ਸ਼ਬਦ ਉਪਦੇਸ਼ ਹੈ ਉਸ ਨੂੰ ਵਿਚਾਰ ਕੇ ਹਰੀ ਦੇ ਨਾਮ ਨਾਲ ਜੁੜ ਕੇ ਉਹ ਛੁੱਟ ਜਾਂਦਾ ਸਦਾ ਵਾਸਤੇ, ਫਿਰ ਕਦੇ ਕੋਈ ਬੰਧਨ ਨਹੀਂ ਪੈਂਦਾ। ਸ਼ਬਦ ਬ੍ਰਹਮ ਨੂੰ ਵਿਚਾਰਦਾ ਹੈ ਅਤੇ ਹਰੀ ਦੇ ਨਾਮ ਦੁਆਰਾ ਉਹ ਛੁੱਟ ਜਾਂਦਾ ਹੈ। ਤਰਵਰ ਪੰਖੀ ਬਹੁ ਨਿਸਬਾਸ। ਹਜ਼ੂਰ ਕਹਿੰਦੇ ਨੇ ਕਿ ਜਿਹੜੇ ਗੁਰਮੁਖ ਪਿਆਰੇ ਨੇ ਉਹ ਇੰਝ ਸਮਝਦੇ ਨੇ ਵੀ ਜਿਵੇਂ ਤਰਵਰ ਬਿਰਛਾਂ ਦੇ ਉੱਪਰ ਪੰਛੀ ਬਹੁਤ ਜ਼ਿਆਦਾ ਪੰਛੀ ਆਉਂਦੇ ਨੇ, ਨਿਸਬਾਸ ਰਾਤ ਦੇ ਸਮੇਂ ਵਾਸਾ ਕਰਦੇ ਨੇ, ਆਲਣੇ ਆਦਿਕ ਪਾਏ ਹੋਣ ਜਾਂ ਉਂਝ ਵੀ ਰਾਤ ਦੇ ਸਮੇਂ ਬਿਰਛਾਂ 'ਤੇ ਬਹਿ ਜਾਂਦੇ ਆ ਪੰਛੀ ਆ ਕੇ। ਸੁਖ ਦੁਖੀਆ ਮਨ ਮੋਹ ਵਿਨਾਸ਼। ਇਸੇ ਤਰ੍ਹਾਂ ਇਹ ਸੰਸਾਰ ਦੇ ਸਾਰੇ ਜੀਵ ਆਏ ਹੋਏ ਨੇ। ਇਹ ਸੰਸਾਰ ਇੱਕ ਬਿਰਛ ਦੀ ਨਿਆਈ ਹੈ ਅਤੇ ਜੀਵ ਪੰਛੀਆਂ ਦੀ ਨਿਆਈ ਆਏ ਹੋਏ ਨੇ। ਕੋਈ ਸੁਖ ਦੇ ਸਹਿਤ ਹੈ, ਕੋਈ ਦੁਖੀ ਹੈ, ਦੁੱਖ ਦੇ ਸਹਿਤ ਹੈ। ਅਤੇ ਜੀਆਂ ਦੇ ਮਨ ਵਿੱਚ ਜਿਹੜਾ ਮੋਹ ਹੈ ਨਾ ਪ੍ਰਬਲ, ਸਰੀਰਾਂ ਨਾਲ, ਪਦਾਰਥਾਂ ਨਾਲ, ਇਹਦਾ ਕਰਕੇ ਆਤਮਿਕ ਮੌਤ ਸੁਹੇੜਦੇ ਨੇ। ਜਿਸ ਦੇ ਮਨ ਵਿੱਚ ਮੋਹ ਹੈ ਨਾ ਸੰਸਾਰ ਦਾ ਦ੍ਰਿਸ਼ਮਾਨ ਪ੍ਰਪੰਚ ਕਿਸੇ ਵੀ ਚੀਜ਼ ਦਾ, ਉਹ ਇਸ ਮੋਹ ਕਾਰਨ ਵਿਨਾਸ਼ ਬਰਬਾਦ ਹੋ ਜਾਂਦਾ, ਆਤਮਿਕ ਤੌਰ 'ਤੇ ਮਰ ਜਾਂਦਾ, ਖਤਮ ਹੁੰਦਾ, ਵਿਨਾਸ਼ ਹੋ ਜਾਂਦਾ। ਸਾਜ ਬਿਹਾਗ ਤੱਕਹਿ ਆਗਾਸ। ਔਰ ਜਿਹੜੀ ਸੰਝਿਆ ਹੈ, ਸੰਝਿਆਂ ਦੇ ਵੇਲੇ ਸ਼ਾਮ ਨੂੰ ਕਹਿੰਦੇ ਨੇ, ਸ਼ਾਮ ਦੇ ਵੇਲੇ ਪੰਛੀ ਆ ਉਤਰਦੇ ਨੇ ਬਿਰਛਾਂ 'ਤੇ। ਬਿਹਾਗ ਜਦੋਂ ਦਿਨ ਚੜ੍ਹਦਾ ਅਤੇ ਦਸੀਂ ਪਾਸੀਂ ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ ਅਤੇ ਉਹ ਆਕਾਸ਼ ਵੱਲ ਨੂੰ ਤੱਕਦੇ ਨੇ, ਵੇਖਦੇ ਨੇ, ਪਾਵ ਉੱਡ ਜਾਂਦੇ ਨੇ। ਆਕਾਸ਼ ਵੱਲ ਤੱਕਦੇ ਹੋਏ ਉੱਡ ਜਾਂਦੇ ਹਨ, ਆਪਣੇ ਆਲ੍ਹਣੇ ਛੱਡ ਦਿੰਦੇ ਨੇ, ਬਿਰਛਾਂ ਦੀਆਂ ਟਾਹਣੀਆਂ ਛੱਡ ਦਿੰਦੇ ਨੇ। ਇਸੇ ਪ੍ਰਕਾਰ ਜੀਵ ਇਸ ਦੁਨੀਆ 'ਤੇ ਆਇਆ ਪੰਛੀ ਦੀ ਨਿਆਈ। ਬਿਹਾਗ ਜਦੋਂ ਕਾਲ ਰੂਪੀ ਦਿਨ ਚੜ੍ਹਨਾ, ਉਦੋਂ ਪ੍ਰਮਾਤਮਾ ਦੇ ਹੁਕਮ ਅਨੁਸਾਰ ਆਪੋ ਆਪਣੇ ਸਥਾਨਾਂ ਵੱਲ ਨੂੰ, ਜਿੱਧਰ ਨੂੰ ਵਾਹਿਗੁਰੂ ਨੇ ਲੈ ਜਾਣਾ, ਉੱਡ ਜਾਣਾ ਉਹਨਾਂ ਨੇ। ਦਹਿ ਦਿਸ ਧਾਵਹਿ ਕਰਮ ਲਿਖਿਆਸ। ਜਿਵੇਂ ਪੰਛੀ 10 ਦਿਸ਼ਾਂ ਨੂੰ ਦੌੜ ਜਾਂਦੇ, ਉੱਡ ਜਾਂਦੇ ਨੇ ਨਾ, ਇਸੇ ਤਰ੍ਹਾਂ ਇਸ ਸੰਸਾਰ ਦੇ ਜੀਵ ਵੀ ਜੋ ਇਹਨਾਂ ਦੇ ਮਸਤਕ 'ਤੇ ਕਰਮ ਲਿਖਿਆ ਹੋਇਆ ਨਾ ਵਾਹਿਗੁਰੂ ਨੇ, ਪਰਮਾਤਮਾ ਦੀ ਅਗੰਮੀ ਕਲਮ ਨੇ, ਜੋ ਲੇਖ ਲਿਖਿਆ ਹੋਇਆ ਇਹਨਾਂ ਦੇ ਮਸਤਕ 'ਤੇ, ਇਹਨਾਂ ਦੇ ਕਰਮਾਂ ਦੇ ਮੁਤਾਬਕ, ਉਹਦੇ ਅਨੁਸਾਰ ਇਹ ਧਾਉਂਦੇ ਦੌੜਦੇ ਨੇ ਇਸ ਜਨਮ 'ਚੋਂ ਨਿਕਲ ਕੇ। ਫਿਰ ਪਤਾ ਨਹੀਂ ਕਿਸ ਪਾਸੇ ਜਾਣਾ, ਕਿੱਧਰ ਨੂੰ ਵਾਹਿਗੁਰੂ ਲੈ ਜਾਂਦਾ, ਇਹਨਾਂ ਦੇ ਕਰਮ ਲੈ ਜਾਂਦਾ। ਨਾਮ ਸੰਜੋਗੀ ਗੋਇਲ ਥਾਟ। ਪਰ ਜਿਹੜੇ ਨਾਮ ਦੇ ਸੰਜੋਗੀ ਬਣੇ, ਜਿਨ੍ਹਾਂ ਦਾ ਸੰਜੋਗ ਮਿਲਾਪ ਹੋਇਆ ਵਾਹਿਗੁਰੂ ਦੇ ਨਾਮ ਨਾਲ, ਉਹ ਇੰਝ ਨੇ ਗੋਇਲ ਥਾਟ। ਉਹ ਇਸ ਸੰਸਾਰ ਦਾ ਵਾਸਾ ਇੰਝ ਸਮਝਦੇ ਨੇ। ਚਰਗਾਹਾਂ ਹੁੰਦੀਆਂ ਨੇ ਜਿੱਥੇ ਪਸ਼ੂ ਚਾਰੇ ਜਾਂਦੇ ਨੇ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਬਰਸਾਤਾਂ ਆਦਿਕ ਪੈਂਦੀਆਂ ਸਨ ਅਤੇ ਉਦੋਂ ਕਈ ਗੁੱਜਰ ਜਾਂ ਗਵਾਲੇ, ਉਹਨਾਂ ਨੂੰ ਕਿਹਾ ਜਾਂਦਾ, ਉਹ ਆਪਣਾ ਪਰਿਵਾਰ ਛੱਡ ਕੇ ਅਤੇ ਕਿਸੇ ਨਗਰ ਇਲਾਕੇ 'ਚ ਆ ਜਾਂਦੇ ਸੀ ਅਤੇ ਲੋਕਾਂ ਦੀਆਂ ਮੱਝਾਂ ਗਾਵਾਂ ਰੋਜ਼ ਚਰਾਉਂਦੇ ਸਨ ਅਤੇ ਫਿਰ ਸ਼ਾਮਾਂ ਨੂੰ ਘਰੋਂ ਘਰੀ ਪਹੁੰਚਾ ਦਿੰਦੇ ਸੀ। ਚਰਗਾਹਾਂ ਜਿੱਥੇ ਘਾਹ ਬਹੁਤ ਜ਼ਿਆਦਾ ਹੁੰਦਾ,
ਉਸ ਸਥਾਨ 'ਤੇ ਜਿਹੜੇ ਗਵਾਲੇ ਸਨ ਉਹ ਝੁੱਗੀਆਂ ਬੰਨ੍ਹ ਕੇ, ਝੌਂਪੜੀਆਂ ਬੰਨ੍ਹ ਕੇ ਆਰਜੀ ਤੌਰ 'ਤੇ ਵਾਸਾ ਕਰਦੇ ਸੀ 1 2 4 ਮਹੀਨੇ, ਅਤੇ ਫਿਰ ਉਹ ਚਲੇ ਜਾਂਦੇ ਸੀ ਆਪਣੇ ਘਰਾਂ ਨੂੰ। ਬਹੁਤੇ ਬੰਨ੍ਹ ਨੂੰ ਨਹੀਂ ਬੰਨਣੇ, ਬਹੁਤਾ ਵੱਡਾ ਪ੍ਰਬੰਧ ਨਹੀਂ ਕਰਨਾ ਵੀ ਘਰ ਇੱਥੇ ਬਣਾ ਲਈਏ, ਕਿਉਂਕਿ ਉੱਥੇ ਰਹਿਣਾ ਨਹੀਂ। ਉਸ ਜਗ੍ਹਾ ਨੂੰ ਕਹਿੰਦੇ ਨੇ ਗੋਇਲ ਥਾਟ। ਸੋ ਇਸ ਤਰ੍ਹਾਂ ਜੈਸੇ ਗੋਇਲ ਗੋਇਲੀ, ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ। ਗਵਾਲਾ ਆਇਆ ਉਸ ਥਾਂ 'ਤੇ ਜਿੱਥੇ ਚਰਗਾਹ ਹੈ, ਪਸ਼ੂ ਚਰਾਉਣੇ ਨੇ। ਕਿਆ ਤਿਸ ਡੰਫ ਪਸਾਰ, ਉਹਨੇ ਕੀ ਅਡੰਬਰ ਰਚਣੇ, ਕੀ ਪਸਾਰੇ, ਕੀ ਖਿਲਾਰੇ ਖਿਲਾਰਨੇ ਨੇ। ਖਿਲਾਰੇ ਨਹੀਂ ਖਿਲਾਰਦਾ। ਮੋਲਤ ਪੁੰਨੀ ਚੱਲਣਾ, ਜਦੋਂ ਮੋਲਤ ਪੁੱਗ ਗਈ ਆਪਣਾ ਰਜੀਨਾ ਲੈ ਕੇ ਆਪਣੇ ਪਰਿਵਾਰ ਕੋਲ ਚਲੇ ਜਾਣਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਮੋਲਤ ਪੁੱਗ ਗਈ, ਤੇਰੇ ਸਰੀਰ ਦੀ ਉਮਰ ਪੂਰੀ ਹੋਈ, ਤੇ ਚੱਲਣਾ ਇੱਥੋਂ। ਤੂੰ ਸੰਭਲ ਘਰ ਬਾਰ, ਜਿਸ ਘਰ ਬਾਰ ਤੂੰ ਜਾਣਾ ਹੈ ਨਾ ਉਹਨੂੰ ਚੇਤੇ ਕਰ। ਜੇ ਘਰ ਮੈਂ ਤੁਧ ਰਹਿਣਾ ਬਸਣਾ, ਸੋ ਘਰ ਚੀਤ ਨਾ ਆਇਓ। ਅਗਲੇ ਜਹਾਨ ਦੀ ਗੱਲ ਹਜ਼ੂਰ ਕਰਦੇ ਨੇ। ਨਾਮ ਸੰਜੋਗੀ ਗੋਇਲ ਥਾਟ, ਜਿਹੜੇ ਨਾਮ ਦੇ ਸੰਜੋਗੀ ਮਿਲਾਪੀ ਨੇ ਨਾ, ਨਾਮ ਨਾਲ ਜੁੜੇ ਹੋਏ, ਉਹ ਸੰਸਾਰ ਦਾ ਵਾਸਾ ਜੀ ਸਮਝਦੇ ਨੇ ਜਿਵੇਂ ਗਵਾਲਾ ਆਇਆ ਚਰਗਾਹ ਵਿੱਚ, ਥਾਟ ਟਿਕਾਣਾ ਜਿਹੜਾ ਉਹ। ਇਸ ਪ੍ਰਕਾਰ ਉਹਨੂੰ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਇਸ ਗੱਲ ਨੂੰ ਚੇਤੇ ਰੱਖਿਆ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ। ਚੱਲਣ ਸਾਰ ਨਾ ਜਾਣਨੀ, ਕਾਜ ਸਵਾਰਨ ਹਾਰ। ਹਜ਼ੂਰ ਕਹਿੰਦੇ ਨੇ ਕਾਮ ਕ੍ਰੋਧ ਫੂਟੈ ਬਿਖ ਮਾਟ। ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਦਾ ਵਿਹਲਾ ਮਟਕਾ, ਜ਼ਹਿਰੀਲਾ ਜਿਹੜਾ ਜ਼ਹਿਰ ਵਾਲਾ ਮਟ ਹੈ ਨਾ, ਮਟਕਾ, ਉਹ ਫੁੱਟ ਜਾਂਦਾ ਹੈ। ਇਹ ਵਿਹਲੇ ਜਿਹੜੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਨੇ ਨਾ, ਜ਼ਹਿਰਵਤ, ਇਹਨਾਂ ਦਾ ਮਟਕਾ ਭਰਿਆ ਹੋਇਆ ਫੁੱਟ ਜਾਂਦਾ ਹੈ। ਬਿਨ ਵੱਖਰ ਸੂਨੋ ਘਰ ਹਾਟ, ਅਤੇ ਵੱਖਰ ਨਾਮ ਸੌਦੇ ਦਾ, ਵਾਹਿਗੁਰੂ ਦੇ ਨਾਮ ਰੂਪੀ ਸੌਦੇ ਤੋਂ ਬਗੈਰ ਜਿਹੜਾ ਘਰ ਹਿਰਦਾ, ਹੱਟ ਇੰਦਰੇ ਹਨ, ਇਹ ਸੁੰਨੇ ਹੀ ਨੇ ਜੀਵ ਦੇ। ਸੁੰਨਾ ਘਰ-ਬਾਰ ਹੈ ਸਾਰਾ ਕੁਛ ਵਾਹਿਗੁਰੂ ਦੇ ਨਾਮ ਰੂਪੀ ਸੌਦੇ ਤੋਂ ਬਗੈਰ। ਜਿਸ ਘਰ 'ਚ ਵਸਤੂ ਹੀ ਕੋਈ ਨਾ ਹੋਏ ਉਹ ਸੁੰਨਾ ਮੰਨਿਆ ਜਾਂਦਾ। ਉੱਥੇ ਕਾਂ ਆਏ ਅਤੇ ਉਹ ਵੀ ਭੁੱਖਾ ਪਿਆਸਾ ਮੁੜ ਜਾਂਦਾ। ਇਸ ਪ੍ਰਕਾਰ ਕਿਉਂਕਿ ਉੱਥੋਂ ਕੁਛ ਨਹੀਂ ਮਿਲਣਾ। ਜਿਸ ਹਿਰਦੇ ਦੇ ਅੰਦਰ ਵਾਹਿਗੁਰੂ ਦੇ ਨਾਮ ਰੂਪੀ ਵੱਖਰ ਦਾ ਸੌਦਾ, ਨਾਮ ਦਾ ਸੌਦਾ ਜਿੱਥੇ ਹੈ ਨਹੀਂ, ਉਹ ਘਰ, ਸਰੀਰ, ਉਹ ਹੱਟ ਹਿਰਦਾ ਸੁੰਨਾ ਹੈ। ਗੁਰਮਿਲ ਖੋਲੇ ਬੱਜਰ ਕਪਾਟ। ਹਜ਼ੂਰ ਕਹਿੰਦੇ ਨੇ ਗੁਰੂ ਨੂੰ ਮਿਲ ਕੇ, ਗੁਰਮੁਖ ਪਿਆਰਿਆਂ ਨੇ ਜਿਹੜੇ ਬੱਜਰ ਕਰੜੇ ਕਪਾਟ, ਤਖਤੇ ਸਨ, ਕਿਵਾੜ ਸਨ, ਭਿੱਤ ਸਨ, ਉਹ ਖੋਲ੍ਹ ਦਿੱਤੇ ਹਨ। ਆਸਾਂ ਦੇਸਾਂ ਦੇ ਪੱਟ ਜਿਹੜੇ ਰੱਬ ਦੇ ਪਿਆਰੇ ਦੱਸਦੇ ਨੇ ਭਈ ਅਗਿਆਨ ਦਾ ਵੱਜਿਆ ਹੋਇਆ ਜੰਦਰਾ, ਦੇਹ ਅਧਿਆਸ ਦਾ ਕੁੰਡਾ। ਆਸਾ ਅਤੇ ਅੰਦੇਸਾ ਦੇ 2 ਪੱਟ ਤਖਤੇ ਜੁੜੇ ਹੋਏ ਨੇ ਸਾਡੇ ਅਤੇ ਵਾਹਿਗੁਰੂ ਦੇ ਦਰਮਿਆਨ। ਆਸਾਂ ਦੇਸਾਂ ਦੇ ਪੱਟ ਜਿਹੜੇ, ਅਤੇ ਦੇਹ ਅਧਿਆਸ ਦਾ ਕੁੰਡਾ ਵੱਜਿਆ ਹੋਇਆ। ਸਰੀਰ ਨੂੰ ਆਪਣਾ ਰੂਪ ਮੰਨਣਾ, ਇਹਨੂੰ ਕਿਤੇ ਦੇਹ ਅਧਿਆਸ, ਇਹਦੇ ਵਿੱਚ ਹੀ ਖਚਤ ਰਹਿਣਾ। ਅਤੇ ਅਗਿਆਨ ਦਾ ਵੱਜਿਆ ਹੋਇਆ ਜੰਦਰਾ। ਜਦੋਂ ਸਤਿਗੁਰੂ ਦੀ ਸ਼ਰਨ ਪਈਏ ਅਤੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਕੇ ਬ੍ਰਹਮ ਵਿਦਿਆ ਦੀ ਚਾਬੀ ਨਾਲ ਅਗਿਆਨ ਦਾ ਜੰਦਰਾ ਖੋਲ੍ਹਦੇ ਨੇ। ਫਿਰ ਨਾਮ ਦੀ ਕਮਾਈ ਕਰਕੇ ਇਹ ਗਿਆਨ ਹੋ ਜਾਣਾ ਕਿ ਮੈਂ ਸਰੀਰ ਨਹੀਂ, ਮੇਰਾ ਸਰੂਪ ਤਾਂ ਆਤਮਾ ਹੈ। ਫਿਰ ਦੇਹ ਅਧਿਆਸ ਦਾ ਕੁੰਡਾ ਖੁੱਲ੍ਹ ਗਿਆ। ਫਿਰ ਆਸਾ ਅੰਦੇਸਾ, ਆਸਾ ਅਤੇ ਤੌਖਲਾ, ਅੰਦੇਸ਼ਾ ਸ਼ੰਕਾ ਜਾਂ ਸਹਿਮ ਮਰ ਜਾਣ ਦਾ, ਸਰੀਰ ਦਾ ਜੰਮਣ ਮਰਨ ਆਦਿਕ ਦਾ ਸੰਸਾ, ਤੌਖਲਾ, ਇਹ ਆਸਾਂ ਦੇਸਾਂ ਦੇ ਜਿਹੜੇ ਪੱਟ ਤਖਤੇ ਉਹ ਖੋਲ੍ਹ ਦਿੱਤੇ। ਅਤੇ ਫਿਰ ਵਾਹਿਗੁਰੂ ਦੀ ਜੋਤ ਦਾ ਗਿਆਨ ਹੋਇਆ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਗੁਰਮਿਲ ਖੋਲ੍ਹੇ ਬੱਜਰ ਕਪਾਟ। ਗੁਰਾਂ ਨੂੰ ਮਿਲ ਕੇ ਉਹਨਾਂ ਗੁਰਮੁਖਾਂ ਨੇ ਜਿਹੜੇ ਬੱਜਰ ਕਪਾਟ ਹਨ, ਕਰੜੇ ਭਿੱਤ ਤਖਤੇ ਖੋਲ੍ਹ ਦਿੱਤੇ, ਕਿਵਾੜ ਖੋਲ੍ਹ ਗਏ। ਸਾਧ ਮਿਲੇ ਪੂਰਬ ਸੰਜੋਗ। ਪੂਰਬਲੇ ਜਨਮਾਂ ਦੇ ਨਿਸ਼ਕਾਮ ਕਰਮ ਭਗਤੀ ਆਦਿ ਕੀਤੀ, ਉਹ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਜਿਵੇਂ ਬਚਨ ਹਨ। ਸਾਧ ਸਤਿਗੁਰੂ ਮਹਾਰਾਜ ਇਹ ਮਿਲਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਪੂਰਬਲੇ ਜਨਮਾਂ ਦੇ ਲਿਖੇ ਹੋਏ ਸੰਜੋਗਾਂ ਦੇ ਲੇਖ ਕਰਕੇ। ਇਹ ਗੁਰੂ ਮਹਾਰਾਜ ਨਾਲ ਇਹਦਾ ਮਿਲਾਪ ਹੋਵੇਗਾ। ਇਹ ਪੂਰਬਲਾ ਹੀ ਹੈ, ਹਰ ਇੱਕ ਦਾ ਸਤਿਗੁਰੂ ਨਾਲ ਮਿਲਾਪ ਨਹੀਂ ਹੁੰਦਾ। ਸਾਧੂ ਸੰਤ ਨਾਲ, ਬ੍ਰਹਮ ਗਿਆਨੀ ਪੁੱਗੇ ਹੋਏ ਮਹਾਤਮਾ ਨਾਲ, ਅਸਲੀ ਜਿਹੜੇ ਤਤਵੇ ਤੇ ਉਹਨਾਂ ਨਾਲ ਵੀ ਪੂਰਬਲੇ ਸੰਜੋਗ ਲਿਖੇ ਹੋਏ ਹੋਣ ਤੇ ਮਿਲਾਪ ਹੁੰਦਾ। ਸੋ ਇਸ ਪ੍ਰਕਾਰ ਸੱਚ ਰਹੱਸੇ ਪੂਰੇ ਹਰ ਲੋਕ।
ਜਿਹੜੇ ਸੱਚ ਵਿੱਚ ਰਹੱਸੇ ਆਨੰਦਿਤ ਹੋਏ। ਸੱਚ ਕਿਹਾ ਹੈ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਦਾ ਨਾਮ। ਇਸ ਸੱਚ ਦੁਆਰਾ ਜਿਹੜੇ ਰਹੱਸੇ ਆਨੰਦਿਤ ਹੋ ਗਏ। ਧੰਨ ਧੰਨ ਸੋ ਗੁਰਸਿੱਖ ਗਈ ਹੈ, ਜਿਸ ਹਰ ਨਾਮ ਸੁਣਿਆ ਮਨ ਆਨੰਦ ਭਇਆ। ਇਹ ਅਵਸਥਾ ਹੈ ਵਾਹਿਗੁਰੂ ਦਾ ਨਾਮ ਸੁਣ ਕੇ ਆਨੰਦ ਆ ਜਾਏ ਤੇ ਛੱਡਣ ਨੂੰ ਦਿਲ ਨਾ ਕਰੇ। ਭਾਈ ਸਾਹਿਬ ਵੀਰ ਸਿੰਘ ਜੀ ਕਹਿੰਦੇ ਨੇ ਵੀ ਇੱਕ ਵਾਰੀ ਵਾਹਿਗੁਰੂ ਕਹਿ ਕੇ ਫਿਰ ਵਾਹਿਗੁਰੂ ਕਹਿਣ ਨੂੰ ਦਿਲ ਕਰੇ ਤੇ ਸਮਝੋ ਕੁਛ ਕਿਰਪਾ ਹੋਈ ਹੈ। ਸੱਚ ਰਹੱਸੇ, ਸੱਚ ਵਿੱਚ ਜਿਹੜੇ ਰਹੱਸੇ ਆਨੰਦਿਤ ਹੋਏ ਪੂਰੇ ਹਰ ਲੋਕ, ਉਹ ਹਰੀ ਦੇ ਲੋਕ ਹਨ ਪੂਰੇ ਭਾਂਡੇ। ਉਹ ਪੂਰਨ ਹਰੀ ਪਰਮਾਤਮਾ ਦੇ ਲੋਕ ਬਣ ਗਏ, ਭਾਵ ਰੱਬ ਦੇ ਅਸਲੀ ਸੰਤ ਬਣ ਗਏ, ਪੂਰੇ ਸੰਤ ਨੇ। ਮਨ ਤਨ ਦੇ ਲੈ ਸਹਿਜ ਸੁਭਾਏ। ਆਪਣਾ ਮਨ ਤੇ ਤਨ ਦੇ ਕੇ ਸਤਿਗੁਰੂ ਮਹਾਰਾਜ ਨੂੰ ਅਕਾਲ ਪੁਰਖ ਦੇ ਚਰਨਾਂ 'ਚ ਭੇਟਾ ਕਰਕੇ ਜੋ ਲੈ ਲੈਂਦੇ ਹਨ ਸਹਿਜ ਸੁਭਾਏ। ਸਹਿਜ ਗਿਆਨ ਤੇ ਸੁਭਾਏ ਸ੍ਰੇਸ਼ਟ ਪ੍ਰੇਮ ਦੁਆਰਾ ਵਾਹਿਗੁਰੂ ਦਾ ਗਿਆਨ। ਸਹਿਜ ਮਾਨਸਿਕ ਅਡੋਲਤਾ ਵਿੱਚ ਪਹੁੰਚ ਕੇ ਸੁਭਾਏ ਸ੍ਰੇਸ਼ਟ ਪ੍ਰੇਮ ਦੇ ਸਹਿਤ ਹੋ ਕੇ ਮਨ ਤੇ ਤਨ ਆਪਣਾ ਦੇ ਕੇ ਲੈ ਲੈਂਦੇ ਹਨ ਵਾਹਿਗੁਰੂ ਜੀ ਨੂੰ। ਨਾਨਕ ਤਿਨ ਕੈ ਲਾਗੋਂ ਪਾਏ। ਜੋ ਐਸੇ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕੈ ਲੈਨ ਜੋ ਤੇਰਾ ਨਾਉ, ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਉ। ਵਿੱਚ ਸਨਾਤੀ ਸੇਵਕ ਹੋਏ, ਨਾਨਕ ਪੜ੍ਹੀਆਂ ਪਹਿਰਾ ਸੋਏ। ਬਹੁਤ ਐਸੇ ਨਿਮਰਤਾ ਵਾਲੇ ਬਚਨ ਸਤਿਗੁਰਾਂ ਕੀਤੇ ਨੇ ਰੱਬ ਦੇ ਸੰਤਾਂ ਪ੍ਰਤੀ ਜਿਹੜੀ ਨਿਮਰਤਾ। ਹਜ਼ੂਰ ਕਹਿੰਦੇ ਨੇ ਐਸੇ ਜਨਾਂ ਦੇ ਮੈਂ ਆਪ ਚਰਨੀ ਲੱਗਦਾ ਹਾਂ। ਗੌੜੀ ਮਹੱਲਾ ਪਹਿਲਾ ਅਗਲਾ ਸ਼ਬਦ ਸਤਿਗੁਰੂ ਨਾਨਕ ਦੇਵ ਜੀ ਉਚਾਰਨ ਕਰਦੇ ਨੇ। ਕਾਮ ਕ੍ਰੋਧ ਮਾਇਆ ਮਹਿ ਚੀਤ। ਹੇ ਵਾਹਿਗੁਰੂ ਮੈਂ ਕੀ ਕਰਾਂ, ਮੇਰਾ ਜੋ ਚਿੱਤ ਹੈ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਹਨ ਤੇ ਜਿਹੜੀ ਤੁਹਾਡੀ ਰਚੀ ਹੋਈ ਮਾਇਆ ਹੈ, ਮੇਰਾ ਚਿੱਤ ਤਾਂ ਇਹਦੇ ਵਿੱਚ ਹੀ ਲੱਗਾ ਹੋਇਆ ਦਿਨ ਰਾਤ। ਸੱਚੇ ਪਾਤਸ਼ਾਹ ਝੂਠ ਵਿਕਾਰ ਜਾਗੈ ਹਿਤ ਚੀਤ। ਝੂਠ ਬੋਲਣ ਦਾ ਜਿਹੜਾ ਭੈੜ ਹੈ, ਝੂਠ ਆਦਿਕ ਬੋਲਣ ਦਾ ਜਿਹੜਾ ਭੈੜ ਹੈ, ਇਹਦੇ ਵਿੱਚ ਜਿਹੜਾ ਮੇਰਾ ਚਿੱਤ ਹੈ ਨਾ ਉਹਦਾ ਹਿੱਤ ਜਾਗਦਾ ਹੈ। ਚਿੱਤ ਜਾਗਦਾ ਹੈ, ਸੁਚੇਤ ਰਹਿੰਦਾ। ਝੂਠ ਬੋਲਣ ਵਿੱਚ ਬੜਾ ਸੁਚੇਤ ਹੋ ਕੇ ਝੂਠ ਬੋਲਦਾ। ਔਰ ਹਿੱਤ ਵੀ ਜਿਹੜਾ ਨਾ ਮਨ ਦਾ ਹਿੱਤ, ਹਿੱਤ ਮਤਲਬ ਲਗਾਓ, ਪ੍ਰੇਮ ਜਾਂ ਮੋਹ, ਇਹ ਵੀ ਮੇਰਾ ਹਿੱਤ ਜਿਹੜਾ ਹਿਰਦੇ ਦਾ ਹਿੱਤ ਇਹ ਵੀ ਜਾਗਦਾ ਵਿਕਾਰਾਂ ਵਿੱਚ, ਝੂਠ ਵਿੱਚ। ਝੂਠਾ ਸੰਸਾਰ ਵੀ, ਸੰਸਾਰ ਨੂੰ ਝੂਠ ਕਿਹਾ ਹੈ। ਇਸ ਝੂਠੇ ਸੰਸਾਰ ਵਿੱਚ ਤੇ ਜਿਹੜੇ ਵਿਕਾਰ ਨਾਸ਼ ਕਰਨ ਵਾਲੇ ਨੇ ਇਹਨਾਂ ਵਿੱਚ ਵੀ ਮੇਰਾ ਹਿੱਤ ਜਾਗਦਾ ਹੈ। ਹਿੱਤ ਪੈਦਾ ਹੁੰਦਾ, ਲਗਾਓ ਪੈਦਾ ਹੁੰਦਾ ਤੇ ਚਿੱਤ ਵੀ ਇਹਨਾਂ ਵਿੱਚ ਹੀ ਰਹਿੰਦਾ। ਪੂੰਜੀ ਪਾਪ ਲੋਭ ਕੀ ਕੀਤ। ਸੱਚੇ ਪਾਤਸ਼ਾਹ ਮੈਂ ਤਾਂ ਆਪਣੇ ਜੀਵਨ ਵਿੱਚ ਜਿਹੜੀ ਰਾਸ ਪੂੰਜੀ ਖੱਟੀ ਹੈ ਨਾ ਉਹ ਪਾਪ ਤੇ ਲੋਭ ਦੀ ਖੱਟੀ ਹੈ। ਸੱਚੇ ਪਾਤਸ਼ਾਹ ਮੈਂ ਰਾਸ ਪੂੰਜੀ ਜਮ੍ਹਾਂ ਕਰ ਲਈ ਹੈ, ਕੀਤ ਕੀਤੀ ਹੈ ਪਾਪ ਤੇ ਲੋਭ ਦੀ। ਤਰ ਤਾਰੀ ਮਨ ਨਾਮ ਸੋਚੀਤ। ਹੇ ਸੱਚੇ ਪਾਤਸ਼ਾਹ ਇਹ ਸੰਸਾਰ ਸਮੁੰਦਰ ਵਿੱਚੋਂ ਤਰਨ ਵਾਸਤੇ ਮੇਰੇ ਮਨ ਵਿੱਚ ਜੇ ਤੁਹਾਡਾ ਨਾਮ ਵਸ ਜਾਏ ਔਰ ਚਿੱਤ ਵਿੱਚ ਤੁਹਾਡਾ ਨਾਮ ਵਸ ਜਾਏ, ਮੇਰਾ ਚਿੱਤ ਸ੍ਰੇਸ਼ਟ ਬਣ ਜਾਏ ਇਸ ਨਾਮ ਨਾਲ, ਤੇ ਇਹੋ ਹੀ ਇਸ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਤਰ ਨਾਮ ਤੁਲਹੇ ਦਾ, ਇਹ ਤੁਲਹਾ ਹੈ ਮੇਰੇ ਵਾਸਤੇ ਤੇ ਤਾਰੀ ਬੇੜੀ ਹੈ ਮੇਰੇ ਵਾਸਤੇ ਤੁਹਾਡਾ ਨਾਮ ਹੈ। ਤਰ ਤਾਰੀ ਮਨ ਨਾਮ ਸੋਚੀਤ। ਮਨ ਅੰਦਰ ਤੇ ਇਹੀ ਚਿੱਤ ਦੇ ਅੰਦਰ ਨਾਮ ਦਾ ਵਸ ਜਾਣਾ, ਮਨ ਵਿੱਚ ਨਾਮ ਵਸ ਜਾਏ ਇਹ ਤੁਲਹਾ ਹੈ, ਚਿੱਤ ਵਿੱਚ ਤੇਰਾ ਨਾਮ ਵਸ ਜਾਏ ਇਹ ਤਾਰੀ ਬੇੜੀ ਹੈ ਮੇਰੇ ਵਾਸਤੇ। ਤੇ ਤਾਰੀ ਦਾ ਅਰਥ ਨਦੀ ਵੀ ਕੀਤਾ। ਤਾਰੀ ਉਂਝ ਹੁੰਦੀ ਹੈ ਤਾਰੀ ਮਾਰ ਕੇ ਤਰਨਾ। ਸੋ ਇਸ ਪ੍ਰਕਾਰ ਤਾਰੀ ਜਿਹੜੀ ਨਦੀ ਹੈ, ਸੰਸਾਰ ਸਮੁੰਦਰ ਜੋ ਸੰਸਾਰ ਆਸਾ ਰੂਪੀ ਨਦੀ ਹੈ, ਸੋ ਸੱਚੇ ਪਾਤਸ਼ਾਹ ਇਸ ਆਸਾ ਰੂਪੀ ਨਦੀ ਤੋਂ ਤਰਨ ਵਾਸਤੇ ਤੇਰਾ ਨਾਮ ਹੀ ਮਨ ਤੇ ਚਿੱਤ ਦੇ ਅੰਦਰ ਵਸਣਾ ਚਾਹੀਦਾ। ਇਹੀ ਤੁਲਹਾ ਹੈ ਆਸਾ ਰੂਪੀ ਨਦੀ ਤੋਂ ਤਰਨ ਵਾਸਤੇ। ਵਾਹ ਵਾਹ ਸੱਚੇ ਮੈਂ ਤੇਰੀ ਟੇਕ। ਹੇ ਸੱਚ ਸਰੂਪ ਵਾਹਿਗੁਰੂ ਤੂੰ ਵਾਹ ਵਾਹ ਅਸਚਰਜ ਹੈ, ਅਸਚਰਜ ਹੈ। ਕਿਸੇ ਹੈਰਾਨੀਜਨਕ ਚੀਜ਼ ਨੂੰ ਵੇਖ ਕੇ ਜਿਹੜਾ ਮੁੱਖੋਂ ਨਿਕਲਦਾ ਵਾਹ, ਇਹ ਅਖੀਰਲਾ ਸ਼ਬਦ ਹੈ।
ਅਸਚਰਜਤਾ ਵਿੱਚ ਜਾ ਕੇ ਨਿਕਲਦਾ ਵਾਹ ਵਾਹ। ਇਸ ਵਾਸਤੇ ਵਾਹ ਵਾਹ ਸਾਚੇ ਮੈਂ ਤੇਰੀ ਟੇਕ। ਹੈ ਸੱਚ ਸਰੂਪ ਵਾਹਿਗੁਰੂ ਤੂੰ ਬੜਾ ਅਸਚਰਜ ਹੈ, ਤੂੰ ਬੜਾ ਅਸਚਰਜ ਹੈ। ਪਿੱਛੇ ਵੀ ਅਸਚਰਜ ਸੀ, ਹੁਣ ਵੀ ਅਸਚਰਜ ਹੈ। ਤੇ ਮੈਨੂੰ ਸੱਚੇ ਪਾਤਸ਼ਾਹ ਤੇਰੀ ਹੀ ਟੇਕ ਹੈ। ਤੇਰੀ ਟੇਕ ਭਰੋਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ। ਟੇਕ ਊਟ ਸਹਾਰਾ ਤੇਰਾ ਹੀ ਹੈ। ਹਉ ਪਾਪੀ ਤੂੰ ਨਿਰਮਲ ਏਕ। ਮੈਂ ਜਦੋਂ ਪੂੰਜੀ ਪਾਪ ਲੋਭ ਦੀ ਇਕੱਠੀ ਕੀਤੀ ਹੈ ਤਾਂ ਸੱਚੇ ਪਾਤਸ਼ਾਹ ਪਾਪ ਕਰਨ ਵਾਲਾ ਫਿਰ ਪਾਪੀ ਹੋਇਆ। ਲੋਭ ਦੇ ਨਾਲ ਲੋਭੀ, ਵਿਕਾਰ ਨਾਲ ਵਿਕਾਰੀ, ਪਾਪ ਕਰਨ ਨਾਲ ਪਾਪੀ। ਤੇ ਤੂੰ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਨਿਰਮਲ ਮੈਲ ਤੋਂ ਰਹਿਤ ਸ਼ੁੱਧ ਹੈ। ਤੂੰ ਇੱਕ ਹੈ ਜੋ ਨਿਰਮਲ ਹੈ ਹਮੇਸ਼ਾ ਹੀ, ਜਿਹਨੂੰ ਕਦੇ ਮੈਲ ਲੱਗੀ ਨਹੀਂ। ਹੋਰ ਸਾਰੀਆਂ ਚੀਜ਼ਾਂ ਮੈਲੀਆਂ ਹਨ। ਤੇ ਵਾਹਿਗੁਰੂ ਦੇ ਨਾਮ ਤੋਂ ਬਗੈਰ ਵੀ ਮਨ ਮੈਲਾ ਹੈ। ਮੈਲਾ ਹਰ ਕੇ ਨਾਮ ਬਿਨ ਜੀਵਾ। ਜਾਂ ਹਜ਼ੂਰ ਨੇ ਕਿਹਾ ਮੈਲਾ ਬ੍ਰਹਮਾ ਮੈਲਾ ਇੰਦ, ਰਬ ਮੈਲਾ ਮੈਲਾ ਹੈ ਚੰਦ। ਮੈਲਾ ਮਲਤਾ ਇਹੋ ਸੰਸਾਰ, ਇੱਕ ਹਰ ਨਿਰਮਲ ਜਾ ਕਾ ਅੰਤ ਨ ਪਾਰ। ਇੱਕੋ ਹਰੀ ਪਰਮਾਤਮਾ ਹੀ ਨਿਰਮਲ ਹੈ। ਬ੍ਰਹਮਾ ਜੀ ਮੈਲੇ, ਇੰਦਰ ਵੀ ਮੈਲਾ, ਸ਼ਿਵ ਵੀ ਮੈਲਾ। ਮੈਲੇ ਬ੍ਰਹਮੰਡਾ ਏਕੈ ਈਸ, ਮੈਲੇ ਨਿਸਬਾਸਰ ਦਿਨ ਤੀਸ। ਮੈਲਾ ਮੋਤੀ ਮੈਲਾ ਹੀਰ। ਸੋ ਇਤਿਆਦਿਕ ਸਭ ਕੁਝ ਗਿਣਿਆ ਹਜ਼ੂਰ ਨੇ। ਇੱਕੋ ਇੱਕ ਤੂੰ ਨਿਰਮਲ ਹੈ ਵਾਹਿਗੁਰੂ, ਤੇ ਤੂੰ ਹੀ ਸਾਨੂੰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਨਿਰਮਲ ਕਰਨ ਵਾਲਾ। ਮਤਲਬ ਇਹ ਹੈ। ਰਹਾਓ ਅਗਨ ਪਾਣੀ ਬੋਲੇ ਭੜਵਾਓ। ਪਾਣੀ ਦਾ ਅੱਗ ਨਾਲ ਜਦੋਂ ਸੰਬੰਧ ਬਣਦਾ, ਅਗਨੀ ਨੂੰ ਪ੍ਰਾਪਤ ਕਰਕੇ ਪਾਣੀ ਜਿਹੜਾ ਹੈ ਉਹ ਉਬਲਦਾ ਹੈ। ਤੇ ਫਿਰ ਪਾਣੀ ਹਵਾੜ ਬਣ ਕੇ ਸਾਂ ਸਾਂ ਕਰਦਾ, ਉਹ ਬੋਲਦਾ ਹੈ। ਇਸੇ ਪ੍ਰਕਾਰ ਜਾਂ ਇੰਝ ਵੀ ਅਰਥ ਕੀਤਾ ਹੈ ਭਈ ਪਾਣੀ ਤੇ ਅਗਨੀ ਤੇ ਵਾਓ ਤਿੰਨੇ ਜਿਹੜੇ ਰਲ ਜਾਂਦੇ ਨੇ ਤੇ ਫਿਰ ਇਹ ਬੋਲਦੇ ਨੇ। ਸੋ ਇਸੇ ਪ੍ਰਕਾਰ ਪਦਾਰਥਾਂ ਰੂਪੀ ਪਾਣੀ ਹੈ, ਅਗਨੀ ਜਿਹੜੀ ਵਾਸ਼ਨਾ ਹੈ, ਤੇ ਵਾਓ ਜਿਹੜਾ ਸਾਡਾ ਸਵਾਸ ਚੱਲਦਾ ਹੈ। ਇਹ ਫਿਰ ਬੜਾ ਕੁਛ ਬੋਲਣ ਲੱਗ ਪੈਂਦਾ। ਇਹ ਜਿਹੜੇ ਸਵਾਸ ਨੇ ਸਾਡੇ ਬੋਲਣ ਲੱਗ ਪੈਂਦੇ ਨੇ। ਭਾਵ ਭੈੜੇ ਵਾਗ ਬੋਲਦਾ ਮਨੁੱਖ। ਜਿਹਵਾ ਇੰਦਰੀ ਏਕ ਸੁਭਾਓ। ਤੇ ਜਿਹਵਾ ਆਦਿਕ ਜਿਹੜੀਆਂ ਇੰਦਰੀਆਂ ਹਨ, ਜਿਹਵਾ ਇੱਕ ਇੰਦਰੀ ਹੈ ਨਾ, ਵੈਸੇ ਦੋ ਇੰਦਰੀਆਂ ਦਾ ਕੰਮ ਕਰਦੀ। ਜਦੋਂ ਇਹ ਬੋਲਦੀ ਹੈ ਤੇ ਉਦੋਂ ਇਹ ਕਰਮ ਇੰਦਰਾ ਹੈ। ਜਦੋਂ ਇਹ ਰਸਾਂ ਨੂੰ ਚੱਖਦੀ ਹੈ ਉਦੋਂ ਰਸਨਾ ਕਿਹਾ ਜਾਂਦਾ। ਇਹ ਗਿਆਨ ਇੰਦਰਾ। ਮਤਲਬ ਅੱਖਾਂ ਵੀ, ਕੰਨ ਵੀ, ਨਾਸਾਂ ਵੀ, ਇਹ ਆਦਿਕ ਜਿਹੜੇ ਇੰਦਰੇ ਨੇ, ਇਹ ਸਾਰੀਆਂ ਇੰਦਰੀਆਂ ਨੂੰ ਆਪਣਾ ਵੱਖਰਾ ਵੱਖਰਾ ਇੱਕ ਚਸਕਾ ਲੱਗਾ ਆ। ਜਿਵੇਂ ਅੱਖਾਂ ਰੂਪ ਵੇਖਦੀਆਂ ਨੇ, ਕੰਨ ਸ਼ਬਦ ਸੁਣਦੇ ਨੇ, ਤੇ ਇਸੇ ਪ੍ਰਕਾਰ ਨਾਸਾਂ ਦੁਰਗੰਧੀਆਂ ਸੁਗੰਧੀਆਂ ਨੂੰ ਨਿਸ਼ਚੇ ਕਰਦੀਆਂ ਹਨ। ਤੇ ਇਸੇ ਤਰ੍ਹਾਂ ਜ਼ਬਾਨ ਜਿਹੜੀ ਆ ਰਸ ਕਸ ਲੈਂਦੀ ਤੇ ਬੋਲਦੀ ਹੈ। ਇਹ ਆਪੋ ਆਪਣੇ ਇੰਦਰੀਆਂ ਦੇ ਰਸ ਨੇ। ਸੋ ਜਿਹਵਾ ਆਦਿਕ ਇੰਦਰੀਆਂ ਸਾਰੀਆਂ ਇਹ ਆਪੋ ਆਪਣੇ ਇੱਕ ਇੱਕ ਸਵਾਦ ਵਿੱਚ ਲੱਗੀਆਂ ਹੋਈਆਂ ਹਨ। ਦਿਸ਼ਟ ਵਿਕਾਰੀ ਨਾਹੀਂ ਭਉ ਭਾਉ। ਜਿਹੜੀ ਦ੍ਰਿਸ਼ਟੀ ਹੈ ਨਾ ਅੱਖਾਂ ਦੀ, ਜਿਵੇਂ ਬਚਨ ਹਨ ਕਿ ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਨੇਤਰਾਂ ਨੂੰ ਨੀਂਦ ਆ ਗਈ, ਮਾਨੋ ਕਿ ਵਿਕਾਰਾਂ ਵਾਲੀ ਦ੍ਰਿਸ਼ਟੀ ਜਿਹਦੇ 'ਚ ਪੈਦਾ ਹੋਈ ਨੇਤਰਾਂ 'ਚ, ਉਹ ਨੇਤਰ ਵੀ ਜਾਗਦੇ ਸੁੱਤੇ ਹੋਏ ਨੇ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਕੰਨ ਸੌਂ ਗਏ ਨਿੰਦਿਆ ਚੁਗਲੀ ਦੀ ਵਿਚਾਰ ਸੁਣਦੇ ਹੋਏ ਜਿਹੜੇ ਤਤਪਰ ਨੇ। ਤੇ ਰਸਨਾ ਪਦਾਰਥਾਂ ਦੇ ਸਵਾਦ ਦੇ ਲੋਭ ਵਿੱਚ ਹੋਰ ਸਵਾਦ ਮਾਣੀ, ਹੋਰ ਸਵਾਦ ਮਾਣੀ। ਤੇ ਮਨ ਸੋਇਆ ਮਾਇਆ ਬਿਸਮਾਦ। ਮਾਇਆ ਦੇ ਚਮਕਾਰੇ ਝਲਕਾਰੇ ਅਨੇਕਾਂ ਤਰ੍ਹਾਂ ਦੇ ਨੇ। ਇਹ ਮਾਇਆ ਦਾ ਜਿਹੜਾ ਹੈਰਾਨੀਜਨਕ ਰਸ ਸਵਾਦ ਹੈ, ਇਹਦੇ ਵਿੱਚ ਮਨ ਸੁੱਤਾ ਹੋਇਆ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤੂ ਆਪਣੀ ਲਹੈ। ਹਜ਼ੂਰ ਕਹਿੰਦੇ ਨੇ ਦਿਸ਼ਟ ਵਿਕਾਰੀ ਜਿਹੜੀ ਦ੍ਰਿਸ਼ਟੀ ਹੈ ਨਾ, ਇਹ ਵਿਕਾਰ ਦੇ ਸਹਿ ਦਾ ਦ੍ਰਿਸ਼ਟੀ ਨਜ਼ਰ। ਨਾ ਹੀ ਭਾਉ ਭਾਉ, ਨਾ ਵਾਹਿਗੁਰੂ ਦਾ ਡਰ ਹੈ, ਅਦਬ ਹੈ, ਨਾ ਭਾਉ ਭਾਵ, ਨਾ ਸ਼ਰਧਾ ਪ੍ਰੇਮ ਹੈ। ਇਹ ਦੋਵੇਂ ਚੀਜ਼ਾਂ ਹੈ ਨਹੀਂ। ਭਾਉ ਭਾਉ ਦੋਏ ਪਤ ਲੋਏ ਜੋਗੀ, ਹੋ ਸਰੀਰ ਕਰ ਡੰਡੀ, ਗੁਰਮੁਖ ਹੋਵੇ ਤਾਂ ਤੰਤੀ ਵਾਜੈ ਨਿਬਿਧ ਤ੍ਰਿਸ਼ਨਾ ਖੰਡੀ। ਡਰ ਤੇ ਭਾਵਨਾ, ਸ਼ਰਧਾ ਵਾਹਿਗੁਰੂ ਤੇ ਨਿਸ਼ਚਾ, ਭਾਉ ਪ੍ਰੇਮ ਤੇ ਭਾਉ ਡਰ, ਇਹ ਹੈ ਨਹੀਂ ਦੋਵੇਂ। ਆਪ ਮਾਰੇ ਤਾਂ ਪਾਏ ਨਾਉ।
ਜਿਹੜਾ ਆਪਣੇ ਆਪ ਨੂੰ ਮਾਰ ਲੇ, ਮਤਲਬ ਸਰੀਰਕ ਤੌਰ 'ਤੇ ਖੁਦਕਸ਼ੀ ਕਰਨ ਦਾ ਉਪਦੇਸ਼ ਨਾ ਸਮਝਣਾ। ਜਿਹੜਾ ਆਪਣੇ ਆਪ ਨੂੰ, ਭਾਵ ਆਪਾ ਹੈ ਸਾਡੇ ਅੰਦਰ ਹੰਕਾਰ, ਉਸ ਹੰਕਾਰ ਨੂੰ ਜੇ ਕੋਈ ਮਾਰ ਲਵੇ ਗੁਰੂ ਸ਼ਬਦ ਦੁਆਰਾ ਤਾਂ ਪਾਏ ਨਾਮ, ਤਾਂ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਮਰੈ ਫਿਰ ਮਰਨ ਨਾ ਹੋਏ। ਹਜ਼ੂਰ ਕਹਿੰਦੇ ਨੇ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਗੁਰੂ ਦੇ ਸ਼ਬਦ ਦੇ ਤੀਰ ਨਾਲ ਜੋ ਹੰਕਾਰ ਮਰ ਜਾਂਦਾ ਹੈ, ਮਨ ਮਰ ਜਾਂਦਾ, ਮਨ ਮਰੈ ਧਾਤ ਮਰ ਜਾਏ, ਫਿਰ ਮਰਨ ਨਾ ਹੋਏ, ਫਿਰ ਦੁਬਾਰਾ ਮੌਤ ਨਹੀਂ ਹੁੰਦੀ। ਜਿਵੇਂ ਸੰਤ ਸੁੰਦਰ ਸਿੰਘ ਜੀ ਨੂੰ ਕਾਸ਼ੀ ਵਿਖੇ ਇੱਕ ਈਰਖਾਲੂ ਸਾਧ ਨੇ ਕਿਹਾ ਸੀ ਕਿ ਤੁਸੀਂ ਕਫਨ ਵਰਗਾ ਚੋਲਾ ਕਿਉਂ ਪਾਉਂਦੇ ਹੋ? ਉਹਨਾਂ ਕਿਹਾ ਸੀ ਕਫਨ ਮੁਰਦੇ ਗਲ ਪੈਂਦਾ। ਕਹਿੰਦੇ ਮੁਰਦੇ ਫਿਰ ਤਲਵਾਰਾਂ ਕਿਉਂ ਚੱਕੀ ਫਿਰਦੇ ਨੇ? ਕਿਉਂਕਿ ਉਹ ਗਾਤਰੇ ਵਾਲੀ ਕਿਰਪਾਨ ਤੋਂ ਲਹਿਦਾ ਇੱਕ ਹੋਰ ਵੀ 3 ਫੁੱਟੀ ਸ੍ਰੀ ਸਾਹਿਬ ਹੱਥ 'ਚ ਰੱਖਦੇ ਸੀ। ਸਤਿਗੁਰੂ ਜੀ ਨੇ ਤਲਵਾਰ ਨੂੰ ਕਿਰਪਾਨ ਬਣਾ ਕੇ ਬਖਸ਼ਿਆ ਸਿੱਖ ਨੂੰ ਵੀ ਇਹ ਕਿਰਪਾਨ ਹੈ। ਮਜ਼ਲੂਮ ਗਰੀਬ ਲੋੜਵੰਦ ਡਿੱਗੇ ਟੱਠੇ ਤੇ ਢਾਲ ਬਣਨਾ ਇਸ ਕਿਰਪਾਨ ਨੇ, ਤੇ ਆਪਣੀ ਆਣ ਅਣਖ ਨੂੰ ਸਾਂਭ ਕੇ ਰੱਖਣਾ, ਕਿਰਪਾ ਪਲੱਸ ਆਨ। ਸੋ ਇਸ ਪ੍ਰਕਾਰ ਕਹਿਣ ਲੱਗੇ ਜਿਸ ਤਰ੍ਹਾਂ ਹੋਰ ਲੋਕ ਮਰਦੇ ਨੇ ਅਸੀਂ ਉਸ ਤਰ੍ਹਾਂ ਨਹੀਂ ਮਰੇ। ਜਿਹੜਾ ਸਰੀਰ ਮੁਰਦਾ ਹੋ ਜੇ ਉਹ ਸਵਾਹ ਹੋ ਜਾਂਦਾ ਨਾ, ਪਰ ਅਸੀਂ ਦਿਸਦੇ ਹਾਂ ਤੁਰੇ ਫਿਰਦੇ, ਸਰੀਰ ਸਾਡਾ ਦਿਸਦਾ। ਅਸੀਂ ਹੰਕਾਰ ਨੂੰ ਮਾਰਿਆ ਸੱਜਣਾ, ਤੇ ਕਿਰਪਾਨ ਅਣਖ ਦੀ ਨਿਸ਼ਾਨੀ। ਸਾਡੀ ਅਣਖ ਤੇ ਗੈਰਤ ਇਹ ਸਾਡੇ 'ਚ ਮੌਜੂਦ ਹੈ, ਪਰ ਹੰਕਾਰ ਅਸੀਂ ਗੁਰੂ ਸ਼ਬਦ ਰਾਹੀਂ ਮਾਰਿਆ। ਦੋਨਾਂ ਨੂੰ ਜਦੋਂ ਮਰਜ਼ੀ ਪਰਖ ਸਕਦੇ ਹੋ। ਵੇਖ ਲਿਓ ਵੀ ਹੰਕਾਰ ਹੈ ਸਾਡੇ ਅੰਦਰ, ਇਹ ਵੀ ਵੇਖ ਲਿਓ ਵੀ ਅਣਖ ਹੈ ਕਿ ਮਰ ਗਈ ਹੈ। ਇਸ ਕਰਕੇ ਹੰਕਾਰ ਨੂੰ ਮਾਰਨਾ ਹੈ, ਪਰ ਸਵੈ ਗੈਰਤ ਅਣਖ ਇਹ ਸਾਂਭ ਕੇ ਰੱਖਣੀ ਹੈ। ਸ਼ਬਦ ਮਰੈ ਫਿਰ ਮਰਨ ਨਾ ਹੋਏ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਕੈ ਸ਼ਬਦੇ ਜੋ ਮਰੈ ਸੋ ਪਾਏ ਮੋਖ ਦੁਆਰ। ਉਹ ਫਿਰ ਮਰਨ ਨਹੀਂ ਹੋਏਗਾ, ਉਹਦੀ ਮੌਤ ਨਹੀਂ ਹੋਵੇਗੀ। ਬਿਨ ਮੂਏ ਕਿਉਂ ਪੂਰਾ ਹੋਏ? ਬਿਨਾਂ ਹੰਕਾਰ ਦੇ ਮਰਨ ਤੋਂ ਕਿਵੇਂ ਉਹ ਮਹਾਤਮਾ ਪੂਰਾ ਹੋ ਸਕਦਾ? ਪੂਰਨ ਤੌਰ 'ਤੇ ਪੂਰਾ ਮਤਲਬ ਊਣਤਾਈ ਤੋਂ ਰਹਿਤ, ਅਧੂਰੇਪਣ ਤੋਂ ਰਹਿਤ, ਜਿਹਦੇ 'ਚ ਕੋਈ ਵਿਕਾਰ, ਕੋਈ ਮੈਲ, ਕੋਈ ਦੋਸ਼ ਨਾ ਰਹਿ ਗਿਆ ਹੋਵੇ, ਉਹ ਪੂਰਾ, ਜਿਹਨੂੰ ਪਰਮੇਸ਼ਰ ਪੂਰਾ ਕਰੇ। ਜੋ ਅੰਦਰੋਂ ਮਰ ਗਿਆ ਹੋਵੇ ਉਹ ਫਿਰ ਪੂਰਾ ਹੋ ਜਾਂਦਾ। ਜਿਵੇਂ ਕੋਈ ਵਿਅਕਤੀ ਚੜ੍ਹਾਈ ਕਰ ਜਾਂਦਾ, ਕਹਿੰਦੇ ਹੁਣ ਪੂਰਾ ਹੋਇਆ, ਪਹਿਲਾਂ ਅਧੂਰਾ ਰਹਿੰਦਾ ਮਨੁੱਖ। ਪਰ ਪੂਰਾ ਕੀ ਹੋਇਆ? ਮਤਲਬ ਇਹਦੀ ਉਮਰ ਪੂਰੀ ਹੋ ਗਈ, ਇਹਦਾ ਸਰੀਰ ਹੁਣ ਬਿਨਸ ਗਿਆ, ਉਮਰ ਸਾਰੀ ਭੋਗ ਗਿਆ, ਜਿੰਨੀ ਸੀ ਉਹ ਪੂਰੀ ਭੋਗ ਗਿਆ। ਤੇ ਪੂਰਾ ਹੋਏ ਜਿਹੜਾ ਜੀਵਤ ਭਾਵ ਤੋਂ ਮਰ ਜੇ ਹੰਕਾਰ ਵੱਲੋਂ, ਉਹ ਫਿਰ ਪੂਰਨ ਹੋ ਜਾਂਦਾ ਹੈ, ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ, ਅਮਰ ਹੋ ਜਾਂਦਾ ਸਦਾਲੇ। ਪਰਪੰਚ ਵਿਆਪ ਰਹਿਆ ਮਨ ਦੋਏ। ਪਰਪੰਚ ਦਾ ਅਰਥ ਹੈ ਛਲਾਵਾ, ਧੋਖਾ। ਦੋਏ ਦੁਬਿਧਾ, ਜਿਹੜਾ ਸਾਡਾ ਮਨ ਹੈ ਸੰਸਾਰੀਆਂ ਦਾ, ਇਹ ਪ੍ਰਪੰਚ ਜਿਹੜਾ ਸੰਸਾਰ ਹੈ, ਦੋਏ ਦੁਬਿਧਾ ਹੈ, ਛਲਾਵਾ ਹੈ। ਇਹਦੇ ਵਿੱਚ ਵਿਆਪ ਰਿਹਾ ਦਾ ਮਤਲਬ ਤਦਾਕਾਰ ਹੋ ਰਿਹਾ, ਫਸ ਰਿਹਾ ਹੈ। ਥਿਰ ਨਾਰਾਇਣ ਕਰੇ ਸੋ ਹੋਏ। ਨਾਰਾਇਣ ਅਕਾਲ ਪੁਰਖ ਪਰਮਾਤਮਾ ਜੋ ਆਪ ਸਥਿਰ ਹੈ, ਉਹ ਜੋ ਕਰੇ ਉਹੋ ਹੀ ਹੁੰਦਾ ਹੈ। ਜੇ ਨਾਰਾਇਣ ਪਰਮਾਤਮਾ ਕਿਸੇ ਦੇ ਹਿਰਦੇ ਨੂੰ ਥਿਰ ਕਰ ਦੇਵੇ ਤਾਂ ਹੀ ਉਹ ਹੋਵੇਗਾ। ਬੋਹਿਥ ਚੜ੍ਹੋ ਜਾਇਆਵੈ ਵਾਰ। ਇਹ ਮਹਾਰਾਜ ਤੁਹਾਡਾ ਨਾਮ ਹੀ ਬੋਹਿਥ ਜਹਾਜ਼ ਹੈ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ। ਤੇ ਬੋਹਿਥ ਜਹਾਜ਼ ਤੇ ਮੈਂ ਤਾਂ ਹੀ ਚੜ੍ਹ ਸਕਦਾ ਹਾਂ, ਨਾਮ ਰੂਪੀ ਜਹਾਜ਼ ਤੇ, ਜਦੋਂ ਮੇਰੀ ਵਾਰੀ ਆਵੇਗੀ। ਠਾਕੇ ਬੋਹਿਥ ਦਰਗਹਿ ਮਾਰ। ਜਿਨ੍ਹਾਂ ਨੂੰ ਠਾਕੇ ਰੋਕ ਰੱਖਿਆ ਹੈ ਬੋਹਿਥ ਜਹਾਜ਼ ਤੇ ਚੜ੍ਹਨ ਤੋਂ, ਬੋਹਿਥ ਸਤਿਗੁਰੂ ਹਨ ਤੇ ਨਾਮ ਹੈ ਬੋਹਿਥ ਜਹਾਜ਼। ਜਿਨ੍ਹਾਂ ਨੂੰ ਇਸ ਜਹਾਜ਼ ਤੇ ਚੜ੍ਹਨ ਤੋਂ ਵਾਹਿਗੁਰੂ ਨੇ ਠਾਕੇ ਰੋਕ ਰੱਖੇ ਨੇ, ਉਹਨਾਂ ਨੂੰ ਦਰਗਾਹ ਵਿੱਚ ਮਾਰ ਪੈਂਦੀ ਹੈ। ਫਿਰ ਦਰਗਾਹ ਵਿੱਚ ਸਤਿਕਾਰੇ ਨਹੀਂ ਜਾਂਦੇ, ਨਰਾਦਰ ਹੁੰਦਾ, ਅਪਜਸ ਹੁੰਦਾ, ਮਾਰ ਪੈਂਦੀ ਹੈ, ਸਜ਼ਾਵਾਂ ਮਿਲਦੀਆਂ। ਸੱਚ ਸਲਾਹੀ ਧਨ ਗੁਰਦੁਆਰ। ਧਨ ਹੈ ਗੁਰਾਂ ਦਾ ਦੁਆਰਾ, ਗੁਰੂ ਦੁਆਰਾ, ਗੁਰੂ ਦਾ ਦਰਵਾਜ਼ਾ। ਔਰ ਸੱਚ ਸਲਾਹੀ, ਸੱਚ ਸਰੂਪ ਪਰਮੇਸ਼ਰ ਨੂੰ ਸਲਾਉਣਾ ਚਾਹੀਦਾ। ਸਲਾਉਣ ਯੋਗ ਵਾਹਿਗੁਰੂ ਹੈ। ਧਨ ਹੈ ਗੁਰੂ ਦੁਆਰਾ ਹੈ, ਗੁਰੂ ਦਾ ਦੁਆਰਾ ਵੀ ਧਨ ਹੈ, ਤੇ ਸੱਚ ਸਰੂਪ ਪਰਮੇਸ਼ਰ ਵੀ ਧਨ ਹੈ। ਸਲਾਉਣ ਯੋਗ ਗੁਰੂ ਹੈ, ਗੁਰੂ ਦਾ ਦਰਬਾਰ ਹੈ, ਤੇ ਸੱਚ ਸਰੂਪ ਪਰਮਾਤਮਾ ਹੈ। ਸੱਚ ਸਲਾਹੀ ਧਨ ਗੁਰਦੁਆਰ।
ਧੰਨ ਉਹ ਗੁਰੂ ਹੈ ਜਿਸ ਦੁਆਰਾ ਸੱਚ ਸਰੂਪ ਪਰਮੇਸ਼ਰ ਨੂੰ ਸਲਾਹਿਆ ਜਾਂਦਾ। ਨਾਨਕ ਦਰ ਘਰ ਏਕ ਓਂਕਾਰ। ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਇੱਕ ਓਂਕਾਰ ਪ੍ਰਮਾਤਮਾ, ਏਕ ਓਂਕਾਰ ਜਿਹੜਾ ਜਿਸ ਇੱਕ ਦਾ ਹੀ ਸਾਰਾ ਆਕਾਰ ਪਸਾਰਾ ਹੈ, ਉਹਦਾ ਜੋ ਘਰ ਹੈ, ਉਹਦੇ ਘਰ ਤੱਕ ਪਹੁੰਚਣ ਲਈ ਦਰ ਗੁਰੂ ਹੈ। ਸੋ ਇਸ ਪ੍ਰਕਾਰ ਨਾਨਕ ਦਰ ਘਰ ਏਕ ਓਂਕਾਰ, ਜਿਹੜਾ ਗੁਰੂ ਦਾ ਦੁਆਰਾ ਹੈ, ਇਹ ਦਰ ਹੈ ਜਾਂ ਸਤਸੰਗਤ ਰੂਪੀ ਦਰ ਦੁਆਰਾ, ਸਤਸੰਗਤ ਰੂਪੀ ਦਰਵਾਜ਼ੇ ਰਾਹੀਂ ਏਕ ਓਂਕਾਰ ਪ੍ਰਮਾਤਮਾ ਦੇ ਘਰ ਵਿੱਚ ਪਹੁੰਚ ਹੁੰਦੀ ਹੈ। ਗੌੜੀ ਮਹੱਲਾ ਪਹਿਲਾ। ਅਗਲਾ ਸ਼ਬਦ ਸਤਿਗੁਰੂ ਜੀ ਉਚਾਰਨ ਕਰਦੇ ਨੇ, ਉਲਟਿਓ ਕਮਲ ਬ੍ਰਹਮ ਵਿਚਾਰ। ਸਾਡਾ ਜੋ ਹਿਰਦਾ ਹੈ ਇਸ ਨੂੰ ਕਮਲ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕਮਲ ਫੁੱਲ ਮੂਧਾ ਹੋਵੇ, ਇਸੇ ਤਰ੍ਹਾਂ ਸਾਡਾ ਹਿਰਦਾ ਮੂਧਾ ਮਤਲਬ ਬ੍ਰਹਮ ਵਾਲੇ ਪਾਸਿਓਂ ਉਲਟਾ ਹੈ, ਸੰਸਾਰ ਵਾਲੇ ਪਾਸੇ ਨਿਰੰਕਾਰ ਦਾ ਪਾਸਾ ਇਹਨੇ ਛੱਡਿਆ ਹੋਇਆ। ਅਤੇ ਜਦੋਂ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਸਤਿਗੁਰਾਂ ਦੀ ਮਿਹਰ ਹੁੰਦੀ ਹੈ, ਅਤੇ ਫਿਰ ਇਹ ਕਮਲ ਫੁੱਲ ਉਲਟਾ ਕੇ ਮਹਾਰਾਜ ਸਿੱਧਾ ਕਰ ਦਿੰਦੇ। ਉਲਟਿਓ ਕਮਲ ਬ੍ਰਹਮ ਵਿਚਾਰ। ਜਿਹੜਾ ਕਮਲ ਹਿਰਦਾ ਮੂਧਾ ਸੀ, ਸੰਸਾਰ ਵੱਲ ਸੀ, ਬ੍ਰਹਮ ਦੀ ਵਿਚਾਰ ਦੁਆਰਾ ਇਹ ਉਲਟਾਇਆ ਗਿਆ। ਹੁਣ ਪਰਮਾਤਮਾ ਵਾਲੇ ਪਾਸੇ ਹੋ ਗਿਆ, ਕਮਲ ਫੁੱਲ ਖਿੜ ਗਿਆ। ਜਦੋਂ ਹਿਰਦਾ ਉਲਟ ਹੋਇਆ ਤੇ ਅੰਮ੍ਰਿਤ ਧਾਰ ਗਗਨ 10 ਦੁਆਰ, ਜਿਹੜਾ 10ਵੇਂ ਦੁਆਰ ਰੂਪੀ ਗਗਨ ਆਕਾਸ਼ ਆ ਸਾਡਾ, ਕਹਿੰਦੇ ਉਹਦੇ ਵਿੱਚੋਂ ਫਿਰ ਅੰਮ੍ਰਿਤ ਦੀ ਧਾਰਾ ਵਹਿ ਤੁਰੀ। 10ਵੇਂ ਸਥਾਨ ਕੇ ਸਮਾਨ ਕੌਣ ਭਉਨ ਕਹੋ, ਗੁਰਮੁਖ ਪਾਵੈ ਸੋ ਤੋ ਅਨੰਤ ਨ ਪਾਵਈ। ਭਾਈ ਗੁਰਦਾਸ ਜੀ। ਅਨਹਤ ਉਨਮਨੀ ਜੋਤ ਪਟੰਤਰ ਦੀਜੈ ਕੌਣ ਜੋਤ, ਦਇਆ ਕੈ ਦਿਖਾਵੈ ਜਾਹੇ ਸੋਈ ਲਿਵ ਲਾਵਈ। ਔਰ ਅਨਹਦ ਨਾਦ ਸਮਸਰ ਨਾਦ ਬਾਦ ਕੌਣ, ਸ਼੍ਰੀ ਗੁਰੂ ਸੁਨਾਵੈ ਜਾਹੇ ਤਾਹੀ ਬਣ ਆਵਈ। ਨਿਜਰ ਅਪਾਰ ਧਾਰ ਤੁਲ ਨ ਅੰਮ੍ਰਿਤ ਰਸ, ਅਪਿਓ ਪੀਆਵੈ ਜਾਹੇ ਸੋਈ ਲਿਵ ਲਾਵਈ। ਇਸ ਪ੍ਰਕਾਰ ਅੰਮ੍ਰਿਤ ਧਾਰਾ ਝਿਮਝਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। 9 ਦਰਵਾਜ ਨਵੇਂ ਦਰ ਫੀਕੇ, ਰਸ 10ਵਾਂ ਅੰਮ੍ਰਿਤ ਚੂਈ ਜੈ। ਜਿਹਦਾ ਹਿਰਦਾ ਸੰਸਾਰ ਵੱਲੋਂ ਉਲਟ ਕੇ ਪਰਮਾਤਮਾ ਵਾਲੇ ਪਾਸੇ ਨੂੰ ਲੱਗ ਗਿਆ ਬ੍ਰਹਮ ਦੀ ਵਿਚਾਰ ਦੁਆਰਾ, ਉਸ ਦੇ ਅੰਦਰ ਫਿਰ 10ਵੇਂ ਦੁਆਰ ਰੂਪੀ ਗਗਨ ਆਕਾਸ਼ ਵਿੱਚੋਂ ਅੰਮ੍ਰਿਤ ਧਾਰਾ ਟਪਕਦੀ ਚੋਂਦੀ ਹੋਈ ਪ੍ਰਾਪਤ ਹੋਈ। ਫਿਰ ਭਵਨ ਵਿਦਿਆ ਆਪ ਮੁਰਾਰ। ਫਿਰ ਇਹ ਗਿਆਤ ਹੋਈ ਕਿ ਤਿੰਨਾਂ ਭਵਨਾਂ ਦੇ ਵਿੱਚ ਵਿਦਿਆ ਮੈਨੇ ਵਿਆਪਕ ਹੋਇਆ ਆਪ ਹੀ ਮੁਰ ਆਰ। ਮੁਰ ਨਾਮ ਦੈਂਤ ਦਾ ਅਰੀ ਵੈਰੀ, ਅਤੇ ਮੁਰ ਨਾਮ ਸੰਤਾਪ ਦਾ ਅਰੀ ਵੈਰੀ। ਸੰਤਾਪ ਹਰਤਾ, ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ ਕਰਨ ਵਾਲਾ ਜੋ ਮੁਰਾਰੀ ਹੈ ਪਰਮੇਸ਼ਰ, ਉਹ ਹੀ ਸਾਰੇ ਤਦਾਕਾਰ ਹੋ ਰਿਹਾ ਹੈ ਤਿੰਨਾਂ ਭਵਨਾਂ ਵਿੱਚ। ਇਹ ਗਿਆਨ ਪ੍ਰਾਪਤ ਹੋ ਗਿਆ ਉਸ ਨੂੰ, ਉਹ ਫਿਰ ਬ੍ਰਹਮ ਵਿੱਚ ਹੀ ਲੀਨ ਰਹਿੰਦਾ। ਰੇ ਮਨ ਮੇਰੇ ਭਰਮ ਨਾ ਕੀਜੈ, ਹੇ ਮੇਰੇ ਮਨਾ। ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਹੈ ਉੱਤਮ ਭਗਤੇ ਦੇ ਰੂਪ ਵਿੱਚ। ਹੇ ਮੇਰੇ ਮਨਾ ਭਰਮ ਨਾ ਕੀਜੈ, ਭਟਕਣਾ ਵਿੱਚ ਨਹੀਂ ਪੈਣਾ ਚਾਹੀਦਾ, ਭਰਮ ਨਹੀਂ ਕਰਨਾ ਚਾਹੀਦਾ, ਵਹਿਮ ਨਹੀਂ ਕਰਨਾ ਚਾਹੀਦਾ। ਗੁਰਾਂ ਦੇ ਉਪਦੇਸ਼ ਤੇ ਤਰਕ ਨਾ ਉਪਜੇ। ਮਨ ਮਾਨਿਆ ਅੰਮ੍ਰਿਤ ਰਸ ਪੀਜੈ। ਮਨ ਮੰਨ ਜਾਏਗਾ ਤੇ ਫਿਰ ਹੀ ਅੰਮ੍ਰਿਤ ਰਸ ਪੀਵੇਂਗਾ। ਮਨ ਮੰਨਣ ਨਾਲ ਕੋਈ ਵੀ ਜਿਸ ਦਾ ਮਨ ਮੰਨ ਜਾਂਦਾ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਫਿਰ ਅੰਮ੍ਰਿਤ ਰਸ ਜਿਹੜਾ ਹੈ ਉਸ ਨੂੰ ਪੀਂਦਾ ਹੈ। ਰਹਾਓ। ਜਨਮ ਜੀਤ ਮਰਨ ਮਨ ਮਾਨਿਆ। ਜਿਸ ਦਾ ਮਨ ਮੰਨ ਗਿਆ ਜੀਵਤ ਭਾਵ ਤੋਂ ਮਰਨ ਵਾਸਤੇ, ਉਸਨੇ ਮਨੁੱਖਾ ਜਨਮ ਸਾਰਾ ਜਿੱਤ ਲਿਆ। ਗੁਰਮੁਖ ਹਾਰ ਚੱਲੇ ਜਗ ਜੀਤਾ। ਸੋ ਇਸ ਪ੍ਰਕਾਰ ਦੁਨੀਆ ਦੇ ਸਾਹਮਣੇ ਹਾਰਨਾ ਹੈ ਪਰ ਜਨਮ ਜਿੱਤਣਾ ਹੈ। ਦੁਨੀਆ ਜਿੱਤਦੀ ਹੈ, ਵੈਸੇ ਝੂਠ ਜਿੱਤਦਾ ਦਿਖਾਈ ਦਿੰਦਾ, ਦੁਨੀਆ ਜਿੱਤਦੀ ਦਿਖਾਈ ਦਿੰਦੀ, ਬੜਾ ਕੁਛ ਪ੍ਰਾਪਤ ਕਰ ਲਿਆ ਲੋਕਾਂ ਨੇ, ਪਰ ਗੁਰਮੁਖ ਦੁਨੀਆ ਸਾਹਮਣੇ ਹਾਰਦਾ ਦਿਖਾਈ ਦਿੰਦਾ ਹੈ, ਪਰ ਉਹ ਅਸਲ ਵਿੱਚ ਮਨ ਨੂੰ ਜਿੱਤਦਾ ਹੈ। ਮਨ ਜਿੱਤਿਆ ਤੇ ਸਾਰਾ ਜਗਤ ਹੀ ਮਨ ਨੂੰ ਜਿੱਤਿਆ ਗਿਆ ਉਹਦੇ ਭਾਅ ਦਾ। ਜੇ ਆਪਣਾ ਆਪ ਸਫਲਾ ਹੋ ਗਿਆ ਤੇ ਜੀਵਨ ਸਫਲਾ ਹੋ ਗਿਆ ਤੇ ਜਗਤ ਹੀ ਜਿੱਤਿਆ ਗਿਆ। ਜਨਮ ਜੀਤ ਮਰਨ ਮਨ ਮਾਨਿਆ। ਮਨੁੱਖਾ ਜਨਮ ਦੀ ਬਾਜੀ ਨੂੰ ਨੇ ਜਿੱਤ ਲਿਆ, ਵਿਸ਼ਿਆਂ ਵਿਕਾਰਾਂ ਦੇ ਜੂਏ 'ਚ ਹਾਰਨ ਨਹੀਂ ਦਿੱਤਾ, ਤੇ ਜੀਵਤ ਭਾਵ ਤੋਂ ਮਰਨ ਵਾਸਤੇ, ਹੰਕਾਰ ਵੱਲੋਂ ਮਰਨ ਵਾਸਤੇ ਮਨ ਮੰਨ ਗਿਆ। ਆਪ ਮੂਆ
ਮਨ ਮਨ ਤੇ ਜਾਣਿਆ। ਆਪ ਮਰ ਗਿਆ ਜੀਵਤ ਭਾਵ ਤੋਂ ਹੰਕਾਰ ਵੱਲੋਂ, ਤੇ ਮਨ ਨਾਮ ਸ਼੍ਰੋਮਣੀ ਦਾ। ਸ਼੍ਰੋਮਣੀ ਪ੍ਰਮਾਤਮਾ ਜਿਹੜਾ ਹੈ ਉਹ ਮਨ ਤੋਂ ਜਾਣਿਆ ਗਿਆ। ਮਨ ਨਾਮ ਗੁਰਾਂ ਦੇ ਮੰਤਰ ਦਾ, ਗੁਰਾਂ ਦੇ ਬਖਸ਼ੇ ਮੰਤਰ ਦੁਆਰਾ ਮਨ ਸ਼੍ਰੋਮਣੀ ਪਰਮੇਸ਼ਰ ਨੂੰ ਜਾਣ ਲਿਆ। ਨਜ਼ਰ ਭਈ ਘਰ ਘਰ ਤੇ ਜਾਣਿਆ, ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਘਰ ਹਿਰਦੇ ਤੋਂ, ਘਰ ਸਰੂਪ ਜਿਹੜਾ ਹੈ ਪਰਮੇਸ਼ਰ ਦਾ ਸਰੂਪ, ਜੋਤੀ ਸਰੂਪ ਆਤਮਾ, ਉਸ ਨੂੰ ਜਾਣ ਲਿਆ। ਆਪਣਾ ਸਰੂਪ ਰੂਪੀ ਘਰ ਜਾਣ ਲਿਆ। ਜਤ ਸਤ ਤੀਰਥ ਮੱਜਨ ਨਾਮ। ਹੇ ਵਾਹਿਗੁਰੂ ਜੀ, ਜਿਹੜਾ ਨਾਮ ਹੈ ਤੁਹਾਡਾ, ਇਹੋ ਹੀ ਮੇਰੇ ਵਾਸਤੇ ਜਤ ਹੈ, ਇਹੋ ਹੀ ਸਤ ਉੱਚਾ ਆਚਰਣ ਹੈ, ਹੀ ਸ਼ੁਭ ਕਰਨੀ ਹੈ। ਇਹੀ ਤੀਰਥਾਂ ਤੇ ਜਾ ਕੇ ਪੁਰਬਾਂ ਦਾ ਇਸ਼ਨਾਨ ਹੈ ਮੇਰੇ ਵਾਸਤੇ। ਨਾਮ ਦੁਆਰਾ ਜਤ ਵੀ ਕਮਾਇਆ ਗਿਆ, ਸਤ ਵੀ, ਤੀਰਥਾਂ ਦੇ ਇਸ਼ਨਾਨ ਦਾ ਫਲ ਵੀ, ਸਭ ਕੁਝ ਨਾਮ ਹੀ ਨਾਮ ਹੈ। ਅਦਕ ਬਿਥਾਰ ਕਰੋ ਕਿਸ ਕਾਮ। ਜਿਹੜਾ ਅਦਕ ਬਹੁਤਾ ਬਿਥਾਰ ਵਿਸਥਾਰ ਕਰਨਾ, ਫੈਲਾਓ ਕਰਨਾ, ਉਹ ਮੈਂ ਕਿਸ ਕੰਮ ਲਈ ਕਰਾਂ। ਸੰਸਾਰ ਦੇ ਵਿੱਚ ਜਿਹੜੇ ਪਸਾਰੇ ਪਸਾਰਨੇ, ਖਲਾਰੇ ਖਲਾਰਨੇ ਹਨ, ਕਿਸ ਕੰਮ ਆਉਣਗੇ ਮੇਰੇ, ਕਿਉਂ ਕਰਾਂ ਮੈਂ ਐਸਾ। ਨਰ ਨਾਰਾਇਣ ਅੰਤਰਜਾਮ। ਜੋ ਨਾਰਾਇਣ, ਨਾ ਨਹੀਂ ਹੈ ਰਾਇਣ ਅਵਿਦਿਆ ਰੂਪੀ ਰਾਤ ਜਿਸ ਦੇ ਸਰੂਪ ਵਿੱਚ, ਤੇ ਨਾਰ ਨਾਮ ਪਾਣੀ ਦਾ, ਪਾਣੀ ਵਿੱਚ ਵੀ ਆਇਣ ਘਰ ਹੈ ਜਿਸ ਦਾ, ਜਲਾਂ ਥਲਾਂ 'ਚ ਸਮਾਇਆ ਹੋਇਆ। ਇਸ ਪ੍ਰਕਾਰ ਐਸਾ ਜਿਹੜਾ ਨਾਰਾਇਣ ਹੈ ਉਹ ਸਾਰੇ ਨਰਾਂ ਪੁਰਸ਼ਾਂ ਜੀਆਂ ਦੀ ਅੰਤਰਜਾਮਤਾ ਰੱਖਦਾ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਹੈ। ਆਨ ਮਨੋ ਤੋਂ ਪਰ ਘਰ ਜਾਓ। ਜੇ ਮੈਂ ਵਾਹਿਗੁਰੂ ਪ੍ਰਮਾਤਮਾ ਦੇ ਬਰਾਬਰ ਦਾ ਕਿਸੇ ਹੋਰ ਨੂੰ ਮੰਨਦਾ ਹਾਂ, ਉਨੀ ਸ਼ਕਤੀ ਵਾਲਾ, ਉਨੀ ਦਿਆਲਤਾ ਵਾਲਾ, ਉੱਡੀਆਂ ਵੱਡੀਆਂ ਬਖਸ਼ਿਸ਼ਾਂ ਕਰਨ ਵਾਲਾ ਵਾਹਿਗੁਰੂ ਦੇ ਬਰਾਬਰ ਦਾ ਕਿਸੇ ਨੂੰ ਮੈਂ ਹੋਰ ਮੰਨਾਂ, ਤਾਂ ਮੈਂ ਵਾਹਿਗੁਰੂ ਦੇ ਦਰ ਨੂੰ ਛੱਡ ਕੇ ਪਰ ਘਰ ਕਿਸੇ ਹੋਰ ਘਰ ਵਿੱਚ ਜਾਵਾਂ। ਪਰ ਬਗਾਨੇ ਪਰਾਏ ਘਰ ਵਿੱਚ ਮੈਂ ਤਾਂ ਜਾਵਾਂ, ਵਾਹਿਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਪਾਸੇ ਜਾਵਾਂ। ਦਸਮ ਪਾਤਸ਼ਾਹ ਨੇ ਕਿਹਾ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਅਹਿਮਤ ਏਕ ਨ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ, ਸਭ ਤੋਹੇ ਬਖਾਨਿਓ। ਸੋ ਇਸ ਪ੍ਰਕਾਰ ਜੇ ਮੈਂ ਹੋਰ ਕਿਸੇ ਨੂੰ ਕੁਛ ਮੰਨਦਾ ਹੋਵਾਂ, ਸਮਰੱਥਾਵਾਨ ਵਾਹਿਗੁਰੂ ਵਰਗਾ ਬਖਸ਼ਿਸ਼ਾਂ ਕਰਨ ਵਾਲਾ ਦਿਆਲੂ ਕਿਰਪਾਲੂ, ਤਾਂ ਮੈਂ ਪਰਾਏ ਕਿਸੇ ਘਰ ਵਿੱਚ ਜਾਵਾਂ ਮੰਗ ਮੰਗਣ ਲਈ। ਕਿਸ ਜਾਚਾਉ ਨਾ ਹੀ ਕੋ ਥਾਓ। ਮੈਂ ਕਿਸ ਦੇ ਪਾਸੋਂ ਜਾਚਾਂ ਮੰਗਾਂ, ਜਾਚਨਾ ਕਰਾਂ, ਹੋਰ ਕੋਈ ਮੈਨੂੰ ਥਾਂ ਨਹੀਂ ਦਿਸਦਾ ਹੈ। ਨਾਨਕ ਗੁਰਮਤਿ ਸਹਿਜ ਸਮਾਓ। ਇਸ ਕਰਕੇ ਮੈਨੂੰ ਤਾਂ ਇਹੀ ਰਾਹ ਪਸੰਦ ਆਇਆ ਕਿ ਗੁਰਾਂ ਦੀ ਮੱਤ ਸਿੱਖਿਆ ਧਾਰਨ ਕਰਕੇ ਮੈਂ ਸਹਿਜ ਮਾਨਸਿਕ ਅਡੋਲਤਾ ਵਿੱਚ ਜਾ ਕੇ ਸਮਾ ਜਾਵਾਂ ਵਾਹਿਗੁਰੂ ਵਿੱਚ। ਸਹਿਜ ਜੋ ਗਿਆਨ ਸਰੂਪ ਹੈ ਵਾਹਿਗੁਰੂ, ਉਹਦੇ ਵਿੱਚ ਹੀ ਸਮਾਈ ਪ੍ਰਾਪਤ ਹੋਵੇ, ਉਹਦੇ ਵਿੱਚ ਹੀ ਮੈਂ ਲੀਨ ਹੋ ਜਾਵਾਂ। ਇੱਥੋਂ ਤੱਕ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਗੁਰੂ ਕਿਰਪਾ ਸਦਕਾ ਆਪਾਂ ਵਿਚਾਰਿਆ ਹੈ। 10 ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।